ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ ਕਰਤ ਸ਼ੀਘ੍ਰਤਾ ਦਲ ਚੜੇ ਗੁਰ ਖੋਜਨ ਕੀ ਕਾਜ ਭੀਮ ਚੰਦ ਕਾਇਲ ਪਿਓ ਹਟੇ ਗਿਰਨ ਗਿਰ ਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਕਥਾ ਸਰਵਣ ਕਰ ਰਹੇ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੋ ਫੌਜ ਲੱਖਾਂ ਦੀ ਗਿਣਤੀ ਵਿੱਚ ਗੜੀ ਦੇ ਚੁਫੇਰੇ ਬੈਠੀ ਸੀ, ਉਹਨਾਂ ਨੇ ਗੜੀ ਦੇ ਉੱਪਰ ਚੜ੍ਹਨਾ ਕੀਤਾ। ਦੋ ਸਿੰਘ ਜੋ ਭਾਈ ਸੰਗਤ ਸਿੰਘ ਸੰਤ ਸਿੰਘ ਜਿਨ੍ਹਾਂ ਦੀ ਡਿਊਟੀ ਲਾ ਗਈ ਸੀ, ਉਹਨਾਂ ਨੇ ਚੰਗੇ ਤੀਰ ਚਲਾਏ ਔਰ ਕਈ ਗੜੀ 'ਤੇ ਚੜ੍ਹਨ ਵਾਲਿਆਂ ਨੂੰ ਸ੍ਰੀ ਸਾਹਿਬ ਦੇ ਨਾਲ ਵੀ ਵੱਢਿਆ। ਪਰ ਅਖੀਰ ਗੁਰੂ ਪਿਆਰਿਓ ਇਹ ਚੜ੍ਹਨ ਵਿੱਚ ਕਾਮਯਾਬ ਹੋ ਗਏ ਅਤੇ ਚੜ੍ਹ ਗਏ। ਉੱਤੇ ਜਾ ਕੇ ਕੀ ਦੇਖਦੇ ਹਨ ਕਿ ਇੱਥੇ ਸਿਰਫ ਦੋ ਹੀ ਸਿੰਘ ਆ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣਾ ਕਲਗੀ ਤੋੜਾ ਦਸਤਾਰ ਜਿਹੜੀ ਹੈ ਭਾਈ ਸੰਤ ਸਿੰਘ ਦੇ ਸਿਰ 'ਤੇ ਦੇ ਗਏ ਹਨ, ਜਿਨ੍ਹਾਂ ਦਾ ਚਿਹਰਾ ਮੋਹਰਾ ਬਹੁਤ ਜ਼ਿਆਦਾ ਮਿਲਦਾ ਹੈ। ਉਸ ਦੇ ਨਾਲ ਜਾ ਕੇ ਇਹਨਾਂ ਨੇ ਲੜਾਈ ਕੀਤੀ ਗੁਰੂ ਸਾਹਿਬ ਸਮਝ ਕੇ। ਜਿੰਨਾ ਚਿਰ ਆਖਰੀ ਸਵਾਸ ਤੱਕ ਅਤੇ ਖੂਨ ਦੇ ਕਤਰੇ ਤੱਕ ਭਾਈ ਸੰਤ ਸਿੰਘ ਸੰਗਤ ਸਿੰਘ ਬਹੁਤ ਲੜੇ, ਉੱਪਰ ਵੀ ਬਹੁਤ ਸਾਰੇ ਦੁਸ਼ਮਣਾਂ ਨੂੰ ਚੱਡੇ ਗਾਟੇ ਕੀਤਾ, ਆਪਣੇ ਸਰੀਰ 'ਤੇ ਬੜੇ ਜ਼ਖਮ ਖਾਧੇ, ਅਖੀਰ ਸ਼ਹੀਦ ਹੋ ਗਏ। ਔਰ ਖਵਾਜਾ ਮਰਦੂਦ ਨੇ ਦੋਨਾਂ ਸਿੰਘਾਂ ਦੇ ਸੀਸ ਕੱਟ ਲਏ ਔਰ ਜਿਸ ਸੀਸ ਉੱਪਰ ਕਲਗੀ ਤੋੜਾ ਲੱਗਿਆ ਸੀ, ਕਹਿਣ ਲੱਗਿਆ ਇਹ ਗੁਰੂ ਗੋਬਿੰਦ ਸਿੰਘ ਹੈ, ਚਲੋ ਇਸ ਨੂੰ ਔਰੰਗਜ਼ੇਬ ਦੇ ਕੋਲ ਦਿੱਲੀ ਭੇਜੋ ਔਰ ਦੱਸੋ ਉਹਨਾਂ ਨੂੰ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਜਿਹੜਾ ਹੈ ਸ਼ਹੀਦ ਕਰ ਦਿੱਤਾ ਹੈ ਔਰ ਜੰਗ ਫਤਿਹ ਕਰ ਲਿਆ ਹੈ। ਇਸ ਤਰ੍ਹਾਂ ਦੋ ਊਠਣੀ ਸਵਾਰਾਂ ਨੂੰ ਇਹ ਦੋਨੇ ਸੀਸ ਦੇ ਕਰਕੇ ਉੱਧਰ ਭੇਜ ਦਿੱਤਾ ਹੈ। ਮਗਰੋਂ ਉੱਥੋਂ ਕੀ ਖਬਰ ਆਉਂਦੀ ਹੈ ਇਹ ਆਪਾਂ ਅੱਗੇ ਚੱਲ ਕੇ ਸਰਵਣ ਕਰਾਂਗੇ। ਇੱਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗਲ ਦੇ ਵਿੱਚੋਂ ਹੁੰਦੇ ਹੋਏ ਮਾਛੀਵਾੜੇ ਪਹੁੰਚੇ ਹਨ ਅਤੇ ਮਾਛੀਵਾੜੇ ਇੱਕ ਖੂਹ ਦੇ ਉੱਪਰ ਪਏ ਹਨ। ਰਸਤੇ ਦੀ ਵਿਚਾਰ ਆਪਾਂ ਸਾਰੀ ਸਰਵਣ ਕੀਤੀ ਸੀ। ਕਿਸ ਤਰ੍ਹਾਂ ਨਗੀਨਾ ਜਿਹੜਾ ਘੋੜਿਆਂ ਦਾ ਵਪਾਰੀ ਸੀ, ਉਹਨੇ ਸਤਿਗੁਰਾਂ ਨੂੰ ਮਿਲਣ ਤੋਂ ਵੀ ਨਾਂਹ ਕਰ ਦਿੱਤੀ। ਜਦ ਉਸ ਦੇ ਨੌਕਰ ਨੇ ਦੱਸਿਆ ਜਾ ਕੇ ਕਿ ਆਪ ਜੀ ਨੂੰ ਮਿਲਣ ਲਈ ਤੁਹਾਡਾ ਗੁਰੂ ਆ ਜਿਹਦੇ ਕੋਲੇ ਘੋੜਿਆਂ ਦਾ ਵਪਾਰ ਕਰਨ ਜਾਂਦੇ ਹੋ, ਉਹ ਆਇਆ। ਕਹਿੰਦੇ ਕਿੰਨੇ ਕੁ ਜਣੇ ਆ? ਕਹਿੰਦੇ ਇਕੱਲਾ ਹੀ ਆ, ਨਾ ਪੈਰਾਂ ਵਿੱਚ ਜੁੱਤੀ ਆ, ਨਾ ਸੀਸ ਦੇ ਉੱਪਰ ਕਲੰਗੀ ਆ, ਨਾ ਘੋੜਾ, ਨਾ ਜੋੜਾ, ਕੁਛ ਨਹੀਂ ਹੈ।
ਤੇ ਉਹਨੂੰ ਇਹ ਪਤਾ ਵੀ ਸੀਗਾ ਕਿ ਚਮਕੌਰ ਦੀ ਗੜੀ ਨੂੰ ਘੇਰਾ ਪਿਆ ਹੋਇਆ, ਉੱਥੇ ਗੁਰੂ ਸਾਹਿਬ ਲੜਾਈ ਕਰ ਰਹੇ ਆ, ਅਤੇ ਉੱਤੋਂ ਹੀ ਕਹਿੰਦਾ ਮੈਂ ਉਹਨਾਂ ਨੂੰ ਨਹੀਂ ਮਿਲਣਾਗਾ, ਕਹਿ ਦਿਓ ਘਰੇ ਹੈ ਨਹੀਂ। ਕਹਿੰਦਾ ਮੈਂ ਤਾਂ ਕਹਿ ਆਇਆ ਵੀ ਹੈਗੇ ਨਾ। ਕਹਿੰਦੇ ਯਾਰ ਉਹਨੂੰ ਜਾ ਕੇ ਕਹਿ ਦੇ ਮੈਂ ਨਹੀਂ ਮਿਲਣਾ, ਕਹੋ ਸਤਨਾਮ। ਉਸ ਦੁਸ਼ਟ ਨੇ ਫਿਰ ਉੱਤੋਂ ਆ ਕੇ ਮਿਲਣਾ ਵੀ ਨਹੀਂ ਕੀਤਾ, ਅਤੇ ਮੇਰੇ ਪ੍ਰੀਤਮ ਜੀ ਉੱਥੋਂ ਚਲੇ ਗਏ। ਅਤੇ ਇੱਥੋਂ ਇਸ ਨੌਕਰ ਨੇ, ਜੋ ਇਹਨਾਂ ਦਾ ਮੱਝਾਂ ਦਾ ਨੌਕਰ ਸੀ, ਇੱਕ ਟੁੱਟੀ ਹੋਈ ਟਿੰਡ ਦੇ ਵਿੱਚ ਅੱਗ ਪਾ ਕੇ ਦਿੱਤੀ ਸੀ ਪਾਤਸ਼ਾਹ ਜੀ ਨੂੰ ਸੇਕਣ ਵਾਸਤੇ। ਖੈਰ ਇਹ ਵਿਚਾਰਾਂ ਆਪਾਂ ਪਿੱਛੇ ਸਰਵਣ ਕੀਤੀਆਂ, ਅੱਗੇ ਚੱਲਦੇ ਹਾਂ। ਤਾਂ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ 'ਚੋਂ ਚੱਲਦੇ ਮਾਛੀਵਾੜੇ ਦੇ ਜੰਗਲ 'ਤੇ ਪਹੁੰਚ ਗਏ। ਅਤੇ ਉਸ ਤੋਂ ਬਾਅਦ ਗੁਰੂ ਪਿਆਰਿਓ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 3 ਸਿੰਘ, ਭਾਈ ਦਇਆ ਸਿੰਘ, ਧਰਮ ਸਿੰਘ ਅਤੇ ਮਾਨ ਸਿੰਘ, ਇਹ ਜਿਹੜੇ ਹਨ ਲੱਭਦੇ ਆ ਰਹੇ ਹਨ ਸਤਿਗੁਰਾਂ ਨੂੰ। ਕਿਸ ਤਰ੍ਹਾਂ ਇਹ ਸਤਿਗੁਰਾਂ ਦੇ ਕੋਲ ਪਹੁੰਚਦੇ ਆ, ਉੱਥੇ ਕੀ ਵਿਚਾਰਾਂ ਹੁੰਦੀਆਂ, ਆਓ ਇਹਨਾਂ ਨੂੰ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਪਵਿੱਤਰ ਕਥਾ ਦੇ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਰਤ ਸ਼ੀਘ੍ਰਤਾ ਦਲ ਚੜੇ, ਗੁਰ ਖੋਜਨ ਕੀ ਕਾਜ। ਔਰ ਇਸ ਤਰ੍ਹਾਂ ਜਦ ਦਿਨ ਚੜ੍ਹ ਗਿਆ, ਭਾਈ ਦਇਆ ਸਿੰਘ ਧਰਮ ਹੋਰਾਂ ਨੇ, ਸਿੰਘਾਂ ਨੇ ਸਤਿਗੁਰਾਂ ਨੂੰ ਲੱਭਣਾ ਸ਼ੁਰੂ ਕੀਤਾ ਹੈ। ਭੀਮ ਚੰਦ ਕਾਹਲ ਪਿਓ, ਹਟੇ ਗਿਰਨ ਗਿਰਿਰਾਜ। ਇਧਰ ਗੁਰੂ ਪਿਆਰਿਓ, ਤੁਰਕਾਂ ਦੀ ਫੌਜ ਨੇ ਜਿਹੜਾ ਹੈ ਗੜੀ ਨੂੰ ਫਤਿਹ ਕਰ ਲਿਆ ਆਪਣੇ ਖਿਆਲ ਦੇ ਨਾਲ, ਕਿਉਂਕਿ ਸਿੰਘ ਉੱਥੇ ਹੈ ਹੀ ਨਹੀਂ। ਇਹ ਗੁਰੂ ਪਿਆਰਿਓ ਹੁਣ ਰਲ ਕੇ ਸਾਰੇ ਇਹ ਵੀ ਚੱਕਰ 'ਚ ਪੈ ਗਏ ਕਿ ਇਹ ਗੁਰੂ ਗੋਬਿੰਦ ਸਿੰਘ ਹੈ ਵੀ ਕਿ ਕੋਈ ਸਿੱਖ ਦਾ ਸਿਰ ਹੈ, ਆਪਾਂ ਨੂੰ ਪੱਕਾ ਨਹੀਂ ਪਤਾ। ਤਾਂ ਤੇ ਉਹਨਾਂ ਨੇ ਕੁਝ ਜਥੇ ਬਣਾਏ ਆਪਣੇ ਤੁਰਕਾਂ ਦੀ ਫੌਜ ਦੇ, ਅਤੇ ਇਹ ਵੀ ਗੁਰੂ ਗੋਬਿੰਦ ਸਿੰਘ ਨੂੰ ਲੱਭਣ ਲੱਗੇ, ਚਾਰੇ ਦਿਸ਼ਾਵਾਂ ਦੇ ਵਿੱਚ ਫੈਲ ਗਏ। ਵੀ ਹੋ ਸਕਦਾ ਗੁਰੂ ਗੋਬਿੰਦ ਸਿੰਘ ਜਿਉਂਦਾ ਜਾਗਦਾ ਗੜੀ 'ਚੋਂ ਨਿਕਲ ਗਿਆ ਹੋਵੇ। ਇਸ ਕਰਕੇ ਉਹ ਜਿਹੜਾ ਹੈ ਚਾਰੇ ਪਾਸੇ ਬੜੀ ਤੇਜ਼ੀ ਦੇ ਨਾਲ ਆਪਣੇ ਟੁਕੜੀਆਂ ਬਣਾ ਕੇ, ਜਥੇ ਬਣਾ ਕੇ ਭੇਜਦੇ ਹਨ ਚਾਰੇ ਦਿਸ਼ਾਵਾਂ ਦੇ ਵਿੱਚ। ਅਤੇ ਭੀਮ ਚੰਦ ਜਿਹੜਾ ਸੀ ਪਹਾੜੀਆ ਰਾਜਾ, ਉਹ ਜ਼ਖਮੀ ਹੋ ਗਿਆ ਸੀਗਾ। ਇਸ ਕਰਕੇ ਪਹਾੜੀ ਫੌਜਾਂ ਜਿਹੜੀਆਂ ਉਹ ਵਾਪਸ ਚਲੀਆਂ ਗਈਆਂ ਜੀ। ਪੈ ਸੁਮਾਰ ਹਜ਼ਾਰੋਂ ਮਰੇ, ਗਿਰ ਕੀ ਦਿਸ਼ ਗਿਰਪਤ ਸਭ ਮੁਰੇ। ਔਰ ਸ਼ੁਮਾਰ ਗਿਣਤੀ ਕੀਤੀ ਗਈ ਬਈ ਕਿੰਨੇ ਕੁ ਲੋਕ ਮਾਰੇ ਗਏ ਉਸ ਗੜੀ ਦੇ ਆਸੇ ਪਾਸੇ। ਗਿਣਤੀ ਕੋਈ ਨਹੀਂ ਹੈ, ਸ਼ੁਮਾਰ ਬੇਅੰਤ ਮਰੇ ਪਏ ਹਨ। ਤੇ ਪਹਾੜੀਏ ਜਿਹੜੇ ਬਚੇ ਹਨ ਉਹ ਮੁੜ ਗਏ। ਤੀਰ ਦਸਤ ਕੀ ਕਾਇਲ ਹੋ, ਲਾਪੁਰ ਕੋ ਚੜ ਮਾਰਗ ਜੋ। ਜ਼ਬਰਦਸਤ ਖਾਂ ਲਾਹੌਰ ਦਾ ਸੂਬੇਦਾਰ, ਇਹ ਵੀ ਜ਼ਖਮੀ ਹੋ ਗਿਆ ਸੀ ਜੰਗ ਵਿੱਚ, ਇਹ ਵੀ ਆਪਣੀ ਬਚੀ ਖੁਚੀ ਫੌਜ ਲੈ ਕੇ ਮੁੜ ਗਿਆ ਹੈ। ਸਿਰੰਦ ਸੂਬਾ ਖਾਨ ਵਜੀਦ, ਪੂਰਬ ਕੀ ਦਿਸ਼ ਕੀ ਨਰਸੀਦ। ਸਰਹੰਦ ਵਾਲਾ ਸੂਬੇਦਾਰ ਵਜੀਦਾ, ਇਹ ਵੀ ਚੜ੍ਹਦੇ ਵੱਲ ਭਾਵ ਆਪਣੀ ਫੌਜ ਵੱਲ ਚਲਿਆ ਗਿਆ। ਦੱਖਣ ਕੀ ਦਿਸ਼ ਲਾਖੋ ਚੜੇ, ਗਏ ਗੁਰੂ ਕੋ ਜਿਤ ਕਿਤ ਕੜੇ। ਹੁਣ ਇਹ ਰਲ ਕਰਕੇ ਗੁਰੂ ਸਾਹਿਬ ਨੂੰ ਲੱਭਣਾ ਚਾਹੁੰਦੇ ਨੇ ਬਈ ਜੇ ਉਹ ਕਲਗੀ ਤੋੜੇ ਵਾਲਾ ਸੀਸ ਗੁਰੂ ਸਾਹਿਬ ਦਾ ਨਾ ਹੋਇਆ, ਸਤਿਗੁਰੂ ਕੋਈ ਹੋਰ ਕਲਾ ਵਰਤਾ ਗਏ ਹੋਏ ਤਾਂ ਉਹ ਜ਼ਰੂਰ ਜਿਉਂਦੇ ਹੋਣਗੇ, ਉਹਨਾਂ ਨੂੰ ਲੱਭਣਾ ਕਰੀਏ ਜੀ। ਚੜਿਓ ਖਵਾਜ ਮਰਦੂਦ ਸ਼ੀਘਰ ਕਰ, ਸ਼ਾਹ ਮਿਲਣ ਕੋ ਨਿਕਟ ਚਾਹਤਰ। ਔਰ ਖਵਾਜਾ ਮਰਦੂਦ ਆਪਣੇ ਘੋੜੇ ਤੇ ਸਵਾਰ ਹੋ ਕੇ ਔਰੰਗਜ਼ੇਬ ਨੂੰ ਮਿਲਣ ਲਈ ਦਿੱਲੀ ਵੱਲ ਚੱਲ ਪਿਆ ਹੈ ਜੀ। ਭੀਮ ਜਤ ਕਰ ਪਹੁੰਚਤ ਮਰਿਓ, ਸੈਲ ਦੇਸ਼ ਮੇ ਸ਼ੋਕ ਸੋ ਪਰਿਓ। ਜਿਹੜਾ ਭੀਮ ਚੰਦ ਰਾਜਾ ਸੀ ਪਹਾੜੀਆਂ ਦਾ, ਇਹ ਜਾ ਕਰਕੇ ਆਪਣੇ ਇਲਾਕੇ ਵਿੱਚ ਮਰ ਗਿਆ ਹੈ। ਇਸ ਤਰ੍ਹਾਂ ਪਹਾੜੀਆਂ ਦੇ ਵਿੱਚ ਵੀ ਬੜਾ ਸ਼ੌਕ ਪੈ ਗਿਆ ਹੈ। ਅਬ ਸਤਿਗੁਰ ਕੀ ਕਥਾ ਸੁਣੀਜੈ, ਜਨਮ ਜਨਮ ਕੀ ਪਾਪ ਮਿਟੀਜੈ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਧਰ ਨੂੰ ਗਏ, ਇਹ ਕਥਾ ਸਰਵਣ ਕਰੀਏ। ਤੇ ਇਸ ਕਥਾ ਨੂੰ ਸੁਣਨ ਦੇ ਨਾਲ ਭਾਈ ਸਾਹਿਬ ਲਿਖਦੇ ਆ, ਜਨਮਾਂ ਜਨਮਾਂ ਦੇ ਪਾਪ ਮਿਟ ਜਾਣਗੇ। ਤੇ ਫਿਰ ਇਹ ਕਿਵੇਂ ਮਿਲਣਗੇ? ਸਾਇੰਟੀਫਿਕ ਢੰਗ ਦੇ ਹਿਸਾਬ ਨਾਲ ਜੇ ਸਮਝੀਏ ਆਪਾਂ ਤਾਂ ਕਿਵੇਂ ਮਿਟਣਗੇ? ਗੁਰੂ ਦੀ ਕਥਾ ਸੁਣ ਕੇ ਗੁਰੂ ਦੀ ਮਹਿਮਾ, ਗੁਰੂ ਦੇ ਗੁਣਾਂ ਦਾ ਪਤਾ ਲੱਗੇਗਾ। ਗੁਣਾਂ ਦਾ ਪਤਾ ਲੱਗੇਗਾ, ਸਾਡਾ ਪਿਆਰ ਪਊਗਾ। ਤੇ ਸਾਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੂੰ ਆਪਣੇ ਵਿਰਸੇ ਬਾਰੇ ਨਹੀਂ ਪਤਾ, ਇਤਿਹਾਸ ਬਾਰੇ ਨਹੀਂ ਪਤਾ, ਉਹ ਗੁਰੂ ਸਾਹਿਬ ਨਾਲ ਕਿਵੇਂ ਪਿਆਰ ਕਰਨਗੇ? ਤੇ ਪਿਆਰ ਤਾਂ ਹੀ ਕਰਾਂਗੇ ਜੇ ਸੰਸਾਰ ਦੀ ਕੋਈ ਵਸਤੂ ਵੀ ਤੁਸੀਂ ਖਰੀਦਦੇ ਹੋ
ਜੇ ਤੁਹਾਨੂੰ ਉਹਦੇ ਗੁਣਾਂ ਦਾ ਪਤਾ ਲੱਗ ਜਾਵੇ ਤੇ ਤੁਸੀਂ 4 ਰੁਪਏ ਵੱਧ ਦੇ ਕੇ ਵੀ ਉਸ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਆ। ਤੇ ਜੇ ਨਾ ਪਤਾ ਹੋਵੇ ਤੇ ਹੋ ਸਕਦਾ ਤੁਸੀਂ ਹੀਰੇ ਨੂੰ ਵੀ ਕੰਨ ਸਮਝ ਕੇ ਛੱਡ ਜਾਓ। ਇਸ ਕਰਕੇ ਗੁਰੂ ਦੀ ਕਥਾ ਸੁਣਨ ਦੇ ਨਾਲ ਕੀ ਹੋਵੇਗਾ, ਸਾਨੂੰ ਸਾਡੇ ਵਿਰਸੇ ਦਾ, ਵਿਰਾਸਤ ਦਾ ਪਤਾ ਲੱਗੂ ਵੀ ਸਾਡੇ ਗੁਰੂ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਹੈ। ਇਸ ਕਰਕੇ ਭਾਈ ਸਾਹਿਬ ਜੀ ਸਹੀ ਕਹਿੰਦੇ ਆ ਕਿ ਅਗਰ ਤੁਸੀਂ ਗੁਰੂ ਦੀ ਕਥਾ ਸੁਣੋਗੇ ਤੇ ਤੁਹਾਡੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਦਾ ਖਾਤਮਾ ਗੁਰੂ ਨੇ ਕਰਨਾ ਹੈ। ਸੁਪਤ ਭਰੀ ਤਿਸ ਕੂਪ ਸਥਾਨ ਅਰਨੋਤੀ ਲਗ ਗੁਰ ਭਗਵਾਨ। ਤੋ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਪਿੱਛੇ ਆਪਾਂ ਸਰਵਣ ਕੀਤਾ ਸੀਗਾ। ਜਾ ਕਰਕੇ ਇੱਕ ਖੂਹ ਆਇਆ ਔਰ ਖੂਹ ਦੇ ਕਿਨਾਰੇ ਤੇ ਇੱਕ ਜੰਡ ਹੈ। ਉਹ ਜੰਡ ਦੇ ਥੱਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇੱਕ ਚਾਦਰ ਸੀ ਜੋ ਸਰੀਰ ਤੇ ਵਲੇਟੀ ਹੋਈ ਸੀ, ਉਹ ਖੋਲ ਕੇ ਵਿਛਾਈ ਹੈ ਤੇ ਉੱਪਰ ਇੱਕ ਕਮਰ ਕਸਾ ਖੋਲ ਕੇ ਲਿਆ ਹੈ। ਔਰ ਜਿਹੜੀ ਸ੍ਰੀ ਸਾਹਿਬ ਹੈ ਉਹ ਉਹਨਾਂ ਦੇ ਹੱਥ ਵਿੱਚ ਹੈ ਮੁੱਠਾ, ਮਿਆਨ 'ਚ ਨਹੀਂ ਪਾਈ, ਹੱਥ ਵਿੱਚ ਹੈ ਮੁੱਠਾ ਔਰ ਕਮਾਨ ਸਾਹਮਣੇ ਰੱਖਿਆ ਹੈ। ਕੁਝ ਤੀਰ ਸਨ ਪੱਥੇ ਵਿੱਚ, ਉਹ ਵੀ ਸਾਹਮਣੇ ਰੱਖਿਆ ਹੈ ਜੀ। ਤੀਨੋਂ ਸਿੰਘ ਨਿਕਸ ਜਬ ਗਏ ਦਲ ਤੇ ਦੂਰ ਕੋਸ਼ ਜੁਗ ਪਏ। ਔਰ ਜਦੋਂ ਇਹ ਤਿੰਨੇ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇੱਥੋਂ ਬਾਹਰ ਨਿਕਲੇ ਸਨ ਗੜੀ ਦੇ ਵਿੱਚੋਂ, ਲਗੇ ਵਿਚਾਰਨ ਚਲ ਹਮ ਆਏ ਵਿਚਰੇ ਗੁਰ ਜਿਨ ਕੀ ਸੰਗਤ ਆਏ। ਅੱਗੇ ਜਾ ਕੇ ਸਾਰਿਆਂ ਦਾ ਵਿਛੋੜਾ ਪੈ ਗਿਆ। ਇੱਥੋਂ ਗੁਰੂ ਸਾਹਿਬ ਨਾਲੋਂ ਇਹ 3 ਸਿੰਘ ਵੀ ਵਿਛੜ ਗਏ ਕਿਉਂਕਿ ਹਨੇਰਾ ਸੀਗਾ ਔਰ ਜੰਗਲ ਸੀਗਾ। ਜਦੋਂ ਆਪਾਂ ਜੰਗਲ ਵਿੱਚ ਇਕੱਠੇ ਵੀ ਚੱਲੀਏ ਨਾ ਤੇ ਰਸਤੇ ਵਿੱਚ ਜਦੋਂ ਮਲੇ ਆ ਗਏ, ਕਰੀਰ ਆ ਗਏ, ਕੋਈ ਦਰਖਤ ਆ ਗਿਆ ਤੇ ਆਪਾਂ ਆਟੋਮੈਟਿਕ ਸਾਰੇ ਵਿਛੜ ਕੇ ਇੱਧਰ ਉੱਧਰ ਹੋ ਜਾਂਦੇ ਆ। ਚਾਨਣ ਵਿੱਚ ਤਾਂ ਪਤਾ ਲੱਗ ਜਾਂਦਾ ਪਰ ਹਨੇਰੇ ਵਿੱਚ ਕੋਈ ਪਤਾ ਨਹੀਂ ਲੱਗਦਾ ਕੌਣ ਕਿੱਧਰ ਟੱਪ ਗਿਆ। ਤਾਂ ਇਹ ਤਿੰਨੇ ਜਣੇ ਵੀ ਗੁਰੂ ਸਾਹਿਬ ਦੇ ਨਾਲੋਂ ਵਿਛੜ ਗਏ ਸਨ। ਜਦੋਂ ਦਿਨ ਚੜ੍ਹਨ ਲੱਗਿਆ ਅਰਨੋਦਿਆ, ਜਦ ਸੂਰਜ ਦੀ ਲਾਲੀ ਦਿਖਾਈ ਦਿੱਤੀ, ਭਾਵ ਦਿਨ ਚੜ੍ਹਨ ਲੱਗਿਆ, ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਆਪਾਂ ਗੁਰੂ ਸਾਹਿਬ ਤੋਂ ਵਿਛੜ ਚੁੱਕੇ ਹਾਂ। ਕਿਆ ਕਰ ਤਬ ਬੇ ਹਮ ਬਨੇ ਕਿਤ ਕੋ ਗਮਣੇ ਹੈ ਇਤ ਸਨੈ। ਔਰ ਹੁਣ ਇਹ ਸੋਚਣ ਲੱਗੇ ਹੁਣ ਕੀ ਕੀਤਾ ਜਾਵੇ, ਕਿੱਧਰ ਨੂੰ ਜਾਈਏ, ਕਿਵੇਂ ਗੁਰੂ ਸਾਹਿਬ ਨੂੰ ਦੁਬਾਰਾ ਮਿਲ ਗਏ ਜੀ। ਦਇਆ ਸਿੰਘ ਸਿਮਰੀ ਗੁਰਬਾਣੀ ਗੜ ਨਿਕਸਤ ਹਮ ਸੰਗ ਬਖਾਨੀ। ਤੇ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਫਿਰ ਜਵਾਬ ਦਿੱਤਾ, ਕਹਿੰਦੇ ਗੁਰੂ ਸਾਹਿਬ ਨੇ ਗੜੀ ਚੋਂ ਨਿਕਲ ਕੇ ਆਪਾਂ ਨੂੰ ਉੱਥੇ ਰੋਕ ਕੇ ਕੀ ਦੱਸਿਆ ਸੀ। ਇਸ ਤਾਰੇ ਕੀ ਸੇਧ ਬਿਆਨੈ ਜਦੋਂ ਗੁਰੂ ਮਿਲ ਇਸ ਥਾਨੈ। ਆ ਜਿਹੜੀ 7 ਤਾਰਿਆਂ ਦੀ ਖਿੱਤੀ ਆ, ਪਾਤਸ਼ਾਹ ਨੇ ਕਿਹਾ ਸੀਗਾ ਇਹਦੀ ਸੇਧ ਨਾਲ ਤੁਰੇ ਆਇਓ। ਮੈਂ ਵੀ ਇਹਦੀ ਸੇਧ ਨਾਲ ਜਾਵਾਂਗਾ, ਤੁਸੀਂ ਵੀ ਇਹਦੀ ਸੇਧ ਨਾਲ ਆ ਜਿਓ, ਆਪਾਂ ਜ਼ਰੂਰ ਮਿਲ ਜਾਵਾਂਗੇ ਦੁਬਾਰਾ। ਬਾਣ ਸਿੰਘ ਤਬ ਚਲ ਤੋ ਚਾਰੇ ਇਹ ਮਗ ਪਹੁੰਚੇ ਮਾਛੀ ਵਾਰੇ। ਫਿਰ ਇਹ ਖਿੱਤੀ ਤਾਂ ਇਸ ਸਾਈਡ ਨੂੰ ਹੁੰਦੀ ਹੋਈ ਮਾਛੀਵਾੜੇ ਜਾਵੇਗੀ ਕਿਉਂਕਿ ਉਹ ਜਿਹੜੀ ਖਿੱਤੀ ਹੈ ਪਹਿਲਾਂ ਘੜੀਆਂ ਨਹੀਂ ਸੀ ਹੁੰਦੀਆਂ ਤੇ ਘੜੀਆਂ ਤੋਂ ਬਗੈਰ ਇਹ ਖਿੱਤੀ ਦਾ ਤੇ ਦਿਨੇ ਸੂਰਜ ਦਾ ਹਿਸਾਬ ਹੀ ਲਾਇਆ ਜਾਂਦਾ ਸੀ। ਕੋਈ ਸਤਨਾਮ ਸੀ ਤੇ ਭਾਈ ਮਾਨ ਸਿੰਘ ਹੋਰਾਂ ਨੂੰ ਥੋੜਾ ਪਤਾ ਲੱਗਿਆ ਦਿਸ਼ਾਵਾਂ ਦਾ, ਇੱਧਰ ਚੜ੍ਹਦਾ ਹੈ, ਇੱਧਰ ਛਿਪਦਾ ਹੈ, ਇੱਧਰ ਦੱਖਣ ਹੈ, ਇੱਧਰ ਪੂਰਬ ਹੈ, ਇੱਧਰ ਪੱਛਮ ਹੈ, ਆਦਿ ਆਦਿ ਪਤਾ ਹੀ ਲੱਗ ਹੀ ਜਾਂਦਾ। ਤਾਂ ਮਾਨ ਸਿੰਘ ਕਹਿਣ ਲੱਗਿਆ ਇਹ ਖਿੱਤੀ ਤਾਂ ਫਿਰ ਸਾਹਮਣੇ ਪਿੰਡ ਮਾਛੀਵਾੜਾ ਹੈ, ਉਧਰ ਨੂੰ ਜਾ ਰਹੀ ਹੈ। ਤਾਰੇ ਸੇਧ ਨਿਹਾਰਤ ਚਲੋ ਪੁਰ ਲਗ ਖੋਜਤ ਗੁਰ ਸੰਗ ਮਿਲੋ। ਭਾਵੇਂ ਹੋਰ ਤਾਰੇ ਬਹੁਤ ਹੈ, ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ, ਕੇਵਲ ਖਿੱਤੀ ਦਾ ਹਿਸਾਬ ਕਿਤਾਬ ਹੈ। ਉਹ ਇੱਕ ਲਾਈਨ ਵਿੱਚ ਚੱਲਦੀ ਆ, ਜਿਵੇਂ ਸੂਰਜ ਇੱਕ ਲਾਈਨ ਵਿੱਚ ਜਾਂਦਾ ਪੂਰਬ ਤੋਂ ਪੱਛਮ ਵੱਲ, ਇਸ ਤਰ੍ਹਾਂ ਖਿੱਤੀ ਦਾ ਵੀ ਆਪਣਾ ਹਿਸਾਬ ਹੁੰਦਾ ਹੈ। ਤਾਂ ਇਸ ਤਰ੍ਹਾਂ ਉਹ ਖਿੱਤੀ ਦੇ ਮੁਤਾਬਕ ਸਿੰਘ ਜਿਹੜੇ ਸੀਗੇ ਚੱਲ ਪਏ। ਧਰਮ ਸਿੰਘ ਬੋਲਿਓ ਮਤ ਤੀਰ ਖੋਜਤ ਗਮਨੋ ਇਤੁਤ ਤੀਰ। ਔਰ ਜਾਂਦਾ ਜਾਂਦਾ ਭਾਈ ਧਰਮ ਸਿੰਘ ਕਹਿਣ ਲੱਗਿਆ ਇੱਧਰ ਉੱਧਰ ਨਿਗਾਹ ਵੀ ਮਾਰਦੇ ਚੱਲਿਓ, ਕਿਤੇ ਸਤਿਗੁਰੂ ਕਿਤੇ ਬੈਠ ਨਾ ਗਏ ਹੋਣ, ਕਿਉਂਕਿ ਥਕੇਵਾਂ ਬਹੁਤ ਸੀਗਾ। ਆਨੰਦਪੁਰ ਸਾਹਿਬ ਤੋਂ ਚੱਲੇ, ਕਿਤੇ ਰੁਕਣਾ ਤਾਂ ਕੀਤਾ ਨਹੀਂ, ਕਿਤੇ ਆਰਾਮ ਨਹੀਂ ਕੀਤਾ, ਗੜੀ ਵਿੱਚ ਆ ਕੇ ਫਿਰ ਜੰਗ ਸ਼ੁਰੂ ਹੋ ਗਿਆ। ਇਸ ਕਰਕੇ ਆਸਾ ਪਾਸਾ ਵੀ ਦੇਖਦੇ ਚੱਲੋ। ਵੀਰ ਤੀਨੋਂ ਤਬ ਚਾਲੇ ਮਾਰਗੀ ਤੁਤ ਫਿਰਤ ਸੰਭਾਲੇ। ਇਸ ਤਰ੍ਹਾਂ ਨਿਰਭੈ ਹੋ ਕੇ ਇਹ ਤਿੰਨੇ ਸਿੰਘ ਜਿਹੜੇ ਹਨ ਇੱਧਰ ਉੱਧਰ ਦੇਖਦੇ ਹੋਏ ਤੁਰੇ ਜਾ ਰਹੇ ਹਨ। ਪਹੁੰਚਤ ਸ੍ਰੀ ਸਤਿਗੁਰ ਕੋ ਜਾਤ ਇਸ ਬਿਦ ਬੀਤੀ ਸਕਲ ਹੀ ਰਾਤ। ਇਉਂ ਤੁਰੇ ਜਾ ਰਹੇ ਹਨ ਤੇ ਚਲਦਿਆਂ ਚਲਦਿਆਂ ਜਿਹੜਾ ਦਿਨ ਚੰਗੀ ਤਰ੍ਹਾਂ ਚੜ੍ਹ ਗਿਆ।
लाल बतीत हो गई है। जबे समा अरनोते हो चंद प्रकाश मंद को जो ਹੁਣ ਚੰਦਰਮਾ ਛਿਪਣ ਲੱਗਿਆ ਤੇ ਸੂਰਜ ਚੜਨ ਲੱਗਿਆ। पूर्व दिश मुख लाल दिखायो जन तुरकन को चहत खपायो। ਔਰ ਚੜ੍ਹਦੇ ਵਾਲੇ ਵੱਲ ਸੂਰਜ ਨੇ ਆਪਣੀ ਲਾਲੀ ਦਿਖਾਈ ਹੈ, ਮਾਨੋ ਕਹਿੰਦਾ ਹੋਵੇ ਕਿ ਇਹ ਤੁਰਕਾਂ ਦੇ ਖਾਤਮੇ ਦਾ ਸਮਾਂ ਹੈ। तिमर तोम पत्रो होए गयो कुछ प्रकाश आकाशी पियो। ਤਿਮਰ ਤੌਰ ਭਾਵ ਤਿਮਰ ਕਹਿੰਦੀ ਹੈ ਹਨੇਰੇ ਨੂੰ, ਹਨੇਰਾ ਪਤਲਾ ਪੈਣ ਲੱਗਿਆ। ਗਾੜਾ ਹਨੇਰਾ ਕਦੋਂ ਹੁੰਦਾ? ਜਦੋਂ ਹੱਥ ਨੂੰ ਹੱਥ ਮਾਰਿਆ ਨਾ ਦਿਸੇ, ਤੇ ਪਤਲਾ ਹੁੰਦਾ ਜਦੋਂ ਮਾੜਾ ਮੋਟਾ 2-4 ਫੁੱਟ ਤੇ ਦਿਸਣ ਲੱਗ ਜਾਵੇ। ਤਾਂ ਕਹਿੰਦੇ ਹੁਣ ਹਨੇਰਾ ਜਿਹੜਾ ਸੀ ਰਾਤ ਦਾ ਉਹ ਪਤਲਾ ਹੋ ਗਿਆ, ਕੁਝ ਥੋੜਾ ਥੋੜਾ ਦਿਖਾਈ ਦੇਣ ਲੱਗਿਆ ਹੈ ਜੀ। गमनत देखत पांचे तिवहा सुपत गजत पत प्रभ तिर जिवहा। ਉਹ ਲੱਭਦੇ ਲੱਭਦੇ ਸਤਿਗੁਰਾਂ ਨੂੰ ਇਹ ਉੱਥੇ ਪਹੁੰਚ ਗਏ ਜਿੱਥੇ ਜਗਤਪਤੀ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਦਾ ਰੂਪ ਗੁਰੂ ਗੋਬਿੰਦ ਸਿੰਘ ਆਰਾਮ ਕਰ ਰਹੇ ਹਨ। जेवर कित को तारण करे कटी हर टिके सिर तर तरे। ਔਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਰੀਰ ਤੇ ਸਜਾਏ ਹੋਏ ਸ਼ਸਤਰ ਜਿਹੜੇ ਹਨ ਉਹ ਲਾਉਣੇ ਕੀਤੇ ਹਨ। ਕੁਝ ਘੜੀ ਬੈਠ ਕੇ ਦੇਖਣਾ ਕੀਤਾ ਆਸਾ ਪਾਸਾ ਗੁਰੂ ਪਿਆਰਿਓ, ਅਤੇ ਨੇੜਿਓਂ ਇੱਕ ਗੁਰੂ ਪਿਆਰਿਓ ਕਹਿੰਦੇ ਉਹ ਹਲਟ ਦੀ ਟਿੰਡ ਲਈ ਹੈ। ਚਾਹੇ ਤਾਂ ਪਾਤਸ਼ਾਹ ਕੋਲੇ ਉਹ ਟਿੰਡ ਸੀ ਜਿਹੜੀ ਨਗੀਨੇ ਦੇ ਮਜ਼ਦੂਰ ਨੇ ਦਿੱਤੀ ਆ, ਤੇ ਚਾਹੇ ਪਾਤਸ਼ਾਹ ਨੇ ਇੱਥੋਂ ਮਾਛੀਵਾੜੇ ਦੇ ਖੂਹ ਵਿੱਚ ਲੱਗੀਆਂ ਹੋਈਆਂ ਟਿੰਡਾਂ ਦੀ ਕੋਈ ਟੁੱਟੀ ਹਿੰਡ ਚੱਕ ਲਈ ਆ। ਕੋਈ ਸਰਾਣੇ ਆਪਾਂ ਇੱਟੀ ਰੱਖ ਲੈਂਦੇ ਆ, ਜਦੋਂ ਖੇਤਾਂ ਦੇ ਵਿੱਚ ਆਪਾਂ ਕੰਮ ਕਰਦੇ ਆ ਕੋਈ ਕੱਪੜਾ ਚੌੜਾ ਕਰਕੇ ਰੱਖ ਲੈਂਦੇ ਆ ਸਰਾਣੇ ਵਾਸਤੇ। ਤਾਂ ਸਤਿਗੁਰਾਂ ਨੂੰ ਉੱਥੋਂ ਇੱਕ ਟਿੰਡ ਮਿਲੀ ਹੈ। ਟਿੰਡ ਜਿਵੇਂ ਤੁਹਾਡਾ ਛੋਟਾ ਜਿਹਾ ਘੜਾ ਹੁੰਦਾ ਹੈ, ਘੜਾ ਤਾਂ ਗੋਲ ਹੁੰਦਾ ਪਰ ਇਹ ਟਿੰਡਾਂ ਗਮਲੇ ਵਾਂਗੂ ਲੰਮੇ ਰੂਪ 'ਚ ਹੁੰਦੀਆਂ। ਇਹ ਪਟਿਆਂ ਦੇ ਨਾਲ ਰੱਸੀ ਨਾਲ ਬੰਨੀਆਂ ਹੁੰਦੀਆਂ ਸਨ ਔਰ ਹਲਟ ਉੱਤੇ ਘੁੰਮਦੀਆਂ ਸਨ। ਘੁੰਮਦੀਆਂ ਹੋਈਆਂ ਜਦੋਂ ਥੱਲੇ ਜਾ ਕੇ ਪਾਣੀ 'ਚੋਂ ਨਿਕਲਦਾ ਸੀ ਉਹ ਪਟਾ, ਤੇ ਉੱਥੋਂ ਭਰੀਆਂ ਜਾਂਦੀਆਂ ਫਿਰ ਤਾਹਾਂ ਆ ਜਾਂਦੀਆਂ, ਤੇ ਜਿਹੜੀ ਟਿੰਡ ਟੁੱਟ ਜਾਂਦੀ ਸੀ, ਜਿਹਨੂੰ ਰੱਸੀ ਨਹੀਂ ਸੀ ਵੱਜਦੀ, ਗਲਾ ਟੁੱਟ ਜਾਂਦਾ ਸੀਗਾ, ਉਹਨੂੰ ਲਾ ਕੇ ਪਰੇ ਰੱਖ ਦਿੰਦੇ ਜਾਂ ਸਿੱਟ ਦਿੰਦੇ। ਤਾਂ ਉਹ ਇੱਕ ਟਿੰਡ ਪਾਤਸ਼ਾਹ ਨੂੰ ਉੱਥੋਂ ਮਿਲੀ ਆ, ਤੇ ਉਹ ਟਿੰਡ ਪਾਤਸ਼ਾਹ ਜੀ ਨੇ ਆਪਣੇ ਸਰਾਣੇ ਰੱਖੇ ਹੈ। युक्त गल शतरान हो तो जो हाथ सुपत परे सिर पर तरनाथ। ਔਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਟਿੰਡ ਹੈ ਉਹ ਲੱਭੀ ਆ ਘਟੀ ਹਟ ਕੀ ਸਿਰ ਤਰ ਤਰੇ, ਆਪਣੇ ਸਿਰ ਦੇ ਹੇਠਾਂ ਉਹ ਟਿੰਡ ਰੱਖੀ ਆ। ਔਰ ਗੁਲਸਤਰਾਨ ਅੰਗੁਸ਼ਟ ਮਝਾਰਾ, ਗੁਲਸਤਰਾਨ ਕਹਿੰਦੇ ਹਨ ਇੱਕ ਲੋਹੇ ਦਾ ਬਣਿਆ ਹੋਇਆ ਪੀਸ ਹੈ ਜਿਹੜਾ ਗੂਠੇ ਤੇ ਉਂਗਲ ਉੱਤੇ ਚੜਾਇਆ ਜਾਂਦਾ ਹੈ। ਖਾਸ ਕਰਕੇ ਗੂਠੇ ਤੇ ਚੜਿਆ ਹੁੰਦਾ, ਉਹ ਉਂਗਲ ਉੱਤੇ ਵੀ ਕੁਝ ਚੜਿਆ ਹੁੰਦਾ, ਕਿਉਂਕਿ ਲਗਾਤਾਰ ਤੀਰਾਂ ਨੂੰ ਤੇ ਤੰਦੀ ਨੂੰ ਖਿੱਚਣ ਦੇ ਨਾਲ ਉਂਗਲਾਂ ਤੇ ਉੱਤੇ ਅਟਣ ਜਾਂ ਜ਼ਖਮ ਹੋ ਸਕਦਾ। ਕੋਈ ਸਤਨਾਮ। ਔਰ ਗੁਲਸਤਰਾਨ ਵੀ ਪਾਤਸ਼ਾਹ ਜੀ ਨੇ ਐਸਾ ਤਿਆਰ ਕਰਾਇਆ ਸੀਗਾ ਕਿ ਉਸ ਗੁਲਸਤਰਾਨ ਦੇ ਉੱਤੇ ਇੱਕ ਨਗ ਜੜਿਆ ਸੀਗਾ ਹੀਰਾ, ਤੇ ਹੀਰੇ ਦਾ ਸੁਭਾਅ ਹੈ ਜੀ ਉਸ 'ਤੇ ਲਾਲ ਲਾਈਟ ਪਵੇ ਤੇ ਉਹ ਲਾਲ ਦਿਖਾਈ ਦਿੰਦਾ, ਪੀਲੀ ਪਵੇ ਤੇ ਪੀਲਾ ਦਿਖਾਈ ਦਿੰਦਾ। ਤੇ ਆ ਜਿਹੜੇ ਦਰਜੀ ਲੋਕ ਤਰਪਾਈ ਕਰਦੇ ਆ ਉਹਨਾਂ ਕੋਲੇ ਪਿੱਤਲ ਦਾ ਬਣਿਆ ਹੁੰਦਾ ਗੂਠੇ ਤੇ ਚੜਾਇਆ, ਕਿਉਂਕਿ ਉਹ ਸੂਈ ਵੀ ਬੜੀ ਬਰੀਕ ਬਾਰ-ਬਾਰ ਖੁੱਬਣ ਦਾ ਖਤਰਾ ਹੈ। ਉਹ ਗੁਲਸਤਰਾਨ ਵੀ ਪਾਤਸ਼ਾਹ ਨੇ ਗੂਠੇ ਤੋਂ ਲਾਹਿਆ ਨਹੀਂ ਹੈਗਾ, ਉਸੇ ਤਰ੍ਹਾਂ ਚੜਿਆ ਹੋਇਆ। ਗੁਲਸਤਾਨ ਅੰਗੁਸ਼ਟ ਮਝਾਰਾ ਪਹਿਰੇ ਰਾਖਿਓ ਨਹੀਂ ਉਤਾਰਾ, ਕਿਉਂਕਿ ਸ਼ਾਸਤਰ ਜਿਵੇਂ ਸਿੰਘ ਨੂੰ ਕਿਹਾ ਕਿ ਸਿੰਘ ਨੇ ਸ਼ਾਸਤਰ ਦਾ ਵਸਾਹ ਨਹੀਂ ਕਰਨਾ। ਸਤਿਗੁਰ ਨੇ ਇੱਥੇ ਆਰਾਮ ਕਰਦਿਆਂ ਉਹ ਕਿਤੇ ਗੂਠੇ ਤੋਂ ਲਾਹ ਕੇ ਪਾਸੇ ਨਹੀਂ ਰੱਖਿਆਗਾ ਵੀ ਇਹਨੂੰ ਲਾਹ ਦਈਏ ਹੁਣ ਆਰਾਮ ਕਰ ਲਈਏ, ਨਹੀਂ। ਸਤਿਗੁਰ ਨੇ ਤਲਵਾਰ ਵੀ ਮਿਆਨ ਵਿੱਚ ਨਹੀਂ ਪਾਈਗੀ, ਉਸ ਨੂੰ ਵੀ ਆਪਣੇ ਸੱਜੇ ਹੱਥ ਵਿੱਚ ਫੜ ਕੇ ਰੱਖਿਆ। ਗੁਲਸਤਰਾਨ ਵੀ ਚੜਿਆ ਹੋਇਆ ਹੈ ਜਿਹੜਾ ਕਿ ਸੂਰਜ ਦੀ ਲਾਲੀ ਨਾਲ ਚਮਕਣ ਲੱਗਿਆ ਹੈ ਜੀ। बोल हजार एकादश ताहू राखे बड़ तन तर कर माहू। ਇਸ ਤਰ੍ਹਾਂ ਜਿਹੜਾ ਕਿ 11,000 ਦਾ ਬਣਿਆ ਸੀ, ਭਾਵ ਉਹ ਥੱਲਿਓਂ ਸੋਨੇ ਦਾ ਹੋਵੇ ਜਾਂ ਚਾਂਦੀ ਦਾ ਹੋਵੇ, ਉੱਤੇ ਵਿੱਚੋਂ ਦੇ ਹੀਰਾ ਜੜਿਆ, ਜਿਵੇਂ ਉਂਗਲੀ ਵਿੱਚ ਅੰਗੂਠੇ ਜੜਿਆ ਹੁੰਦਾ ਐਵੇਂ ਉਸ 'ਤੇ ਜੜਿਆ। ਇਸ ਕਰਕੇ ਉਹ 11,000 ਦਾ ਸੀ ਉਸ ਵੇਲੇ। समय बन चैचन के जो रक्षक बने अगुस्टे सो। ਉਹ ਗੁਲਸਤਰਾਨ ਗੂਠੇ ਨੂੰ ਪੰਚ ਕਹਿੰਦੇ ਐ
ਕਮਾਨ ਦਾ ਤੰਦੀ ਖਿੱਚਣ ਵਾਸਤੇ ਜਿਹੜਾ ਕੰਮ ਦਿੰਦਾ, ਗੂਠੇ ਤੇ ਕੋਈ ਜ਼ਖਮ ਨਹੀਂ ਹੋਣ ਦਿੰਦਾ ਜੀ। ਸਰ ਛੋੜਨ ਤੁਰਨ ਤਾ ਕਾਰਨ, ਯਾਤੇ ਗੁਰ ਨੈ ਕੀਨ ਉਤਾਰਨ। ਤਾਂ ਕਿ ਕੋਈ ਦੁਸ਼ਮਣ ਆ ਜਾਵੇ, ਤੇਜ਼ੀ ਨਾਲ ਮੈਨੂੰ ਤੀਰ ਚਲਾਉਣਾ ਪਵੇ ਤੇ ਫਿਰ ਮੈਂ ਗੂਠੇ ਦਾ ਗੁਸਤਾਨ ਲੱਭੂੰਗਾ। ਇਸ ਕਰਕੇ ਪਾਤਸ਼ਾਹ ਨੇ ਉਹ ਵੀ ਗੂਠੇ ਤੋਂ ਨਹੀਂ ਲਾਹਿਆ। ਇਹੋ ਜਿਹੀਆਂ ਗੱਲਾਂ ਕਦੇ ਨਿਹੰਗਾਂ ਸੁਣਨ ਨੂੰ ਮਿਲਦੀਆਂ। ਤੇ ਸੰਸਾਰੀ ਲੋਕ ਕਹਿੰਦੇ ਆ ਨਿਹੰਗ ਕਮਲੇ, ਅਸਲ ਕਮਲੇ ਨਹੀਂ ਹੁੰਦੇ, ਉਹ ਗੁਰੂ ਦੀਆਂ ਗੱਲਾਂ ਤੇ ਪਹਿਰਾ ਦੇ ਰਹੇ ਨੇ। ਕਹਿੰਦੇ ਇੱਕ ਸਿੰਘ ਨਿਹੰਗ ਸਿੰਘ ਚੜ੍ਹਿਆ ਦਰਖਤ 'ਤੇ, ਕੋਈ ਦਾਤਨ ਵਗੈਰਾ ਲਾਉਣ ਜਾਂ ਕਿਸੇ ਹੋਰ ਕਾਰਨ, ਤੇ ਕਹਿੰਦੇ ਉਹ ਸਣੇ ਜੋੜੀ ਚੜ੍ਹ ਚੱਲਿਆ। ਤੇ ਕੋਲੇ ਖੜੇ ਕਿਸੇ ਸੰਸਾਰੀ ਮਨੁੱਖ ਨੇ ਕਿਹਾ, ਬਾਬਾ ਜੋੜੇ ਤਾਂ ਲਾ ਲੈ। ਕਹਿੰਦੇ ਲੈ ਸ਼ਾਬਾਸ਼ ਤੇਰੇ, ਵਾਹ ਤੇਰੇ, ਮੈਂ ਜੋੜੇ ਥੱਲੇ ਲਾ ਜਾਂ ਉੱਤੋਂ ਮੈਨੂੰ ਮਹਾਰਾਜ ਸੱਦਾ ਦੇ ਦੇ। ਭਾਵ ਮੌਤ ਤੇ ਪਰਮੇਸ਼ਰ ਨੂੰ, ਸਿੰਘ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਕਹਿੰਦਾ ਉੱਤੇ ਗਏ ਨੂੰ ਜੇ ਮੌਤ ਆ ਗਈ ਫਿਰ ਮੈਂ ਜੋੜੇ ਲੈਣ ਆਊਂਗਾ? ਨਹੀਂ, ਕਹਿੰਦਾ ਆਈ ਜਾਊਂਗਾ ਮੈਂ ਤਾਂ। ਕੋਈ ਸਤਨਾਮ। ਹੁਣ ਸੰਸਾਰੀ ਲੋਕ ਇਹ ਗੱਲ ਸੁਣ ਕੇ ਹੱਸਣਗੇ, ਪਰ ਇਹ ਹੈ ਦਿਮਾਗ ਦੇ ਵਿੱਚ ਗੁਰੂ ਦੀਆਂ ਵਸੀਆਂ ਹੋਈਆਂ ਗੱਲਾਂ ਦਾ ਸਾਰ, ਕਿ ਉਹ ਕਹਿਣ ਲੱਗਿਆ ਨਹੀਂ ਮੈਂ ਤਾਂ ਆਈ ਜਾਊਂਗਾ। ਤੋ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਤਿਗੁਰ ਨੇ ਵੀ ਗੂਠੇ ਤੋਂ ਉਹ ਜਿਹੜਾ ਸੀਗਾ ਗੁਲਸਤਰਾਂ ਲਾਹਿਆ ਨਹੀਂ। ਜੇ ਦੁਸ਼ਮਣ ਆ ਗਏ ਤੇ ਫਿਰ ਤੀਰ ਚਲਾਉਣ ਵੇਲੇ ਮੈਂ ਇਹਨੂੰ ਲੱਭਾਂਗਾ। ਕੁਲ ਕੁਲ ਸਤਰਾਨ ਹੋਤੋ ਜੋ ਹਾਥ, ਸੁਪਤ ਭਰੇ ਸਿਰ ਪਰ ਤਰਨਾਥ। ਔਰ ਇਸ ਤਰ੍ਹਾਂ ਸੱਜੇ ਹੱਥ ਵਿੱਚ ਉਹ ਗੁਲਸਤਾਨ ਸੀਗਾ ਤੇ ਸਤਿਗੁਰੂ ਪਾਤਸ਼ਾਹ ਇੱਦਾਂ ਹੀ ਸਿਰ ਥੱਲੇ ਹੱਥ ਰੱਖ ਕੇ ਸੁੱਤੇ ਪਏ ਸੀ। ਤੇ ਉਸ ਦਾ ਜਿਹੜਾ ਹੈ ਚਮਕ ਸੂਰਜ ਨਾਲ ਮਿਲੀ ਹੈ। ਕੁਲ ਸਤਰਾਨ ਵਿੱਚ ਹੀਰਾ ਜਰਿਓ, ਤੈ ਪ੍ਰਕਾਸ਼ ਅਣਨੋਤੇ ਭਰਿਓ। ਔਰ ਜਦੋਂ ਸੂਰਜ ਦੀ ਚਮਕ ਪਈ ਲਾਲੀ ਦੀ, ਤੇ ਉਹ ਹੀਰਾ ਲਾਲੀ ਕਰਕੇ ਚਮਕਣ ਲੱਗਿਆ, ਦਮਕਣ ਲੱਗਿਆ, ਜਿਵੇਂ ਦੀਵੇ ਦੀ ਲਾਈਟ ਦਮਕਦੀ ਹੈ, ਬਲਬ ਦੀ ਲਾਈਟ ਦਮਕਦੀ ਹੈ। ਹੀਰੇ ਦਾ ਸੁਭਾਅ ਹੈ, ਜਦੋਂ ਇਹਦੇ ਵਿੱਚ ਕੋਈ ਲਾਈਟ ਵੱਜਦੀ ਹੈ ਵੈਸੇ ਤਾਂ ਆਪ ਹੀ ਲਾਈਟ ਦਿੰਦਾ ਰਾਤ ਨੂੰ, ਪਰ ਦੂਜੀ ਲਾਈਟ ਦੀ ਕਿਰਿਆ ਦੀ ਪ੍ਰਤੀਕਿਰਿਆ ਬੜੀ ਤਕੜੀ ਕਰਦਾ ਹੈ। ਤੇ ਉਹ ਜਿਹੜਾ ਗੁਲਸਤਾਨ ਵਿੱਚ ਵੱਡਿਆ ਹੀਰਾ ਜੜਿਆ ਸੀਗਾ ਉਹ ਚਮਕਣ ਲੱਗਿਆ। ਚਮਕਤ ਪਿਓ ਸਹਿਤ ਬਹੁ ਲਾਲੀ, ਦੇ ਦਿਖਾਲੀ ਦੂਰ ਵਿਸਾਲੀ। ਔਰ ਉਸ ਦੀ ਲਾਲੀ ਦੂਰ ਤੱਕ ਦਿਖਾਈ ਦਿੰਦੀ ਹੈ ਵੀ ਉੱਥੇ ਕੋਈ ਚੀਜ਼ ਚਮਕ ਰਹੀ ਹੈ। ਧਰਮ ਸਿੰਘ ਮਗ ਚਲਤ ਬਿਲੋਕੇ, ਦਿਆ ਸਿੰਘ ਕੋ ਕਹਿ ਕਰ ਰੋਕੇ। ਔਰ ਧਰਮ ਸਿੰਘ ਦੀ ਨਿਗਾਹ ਉਸ ਨਗ ਤੇ ਪੈ ਗਈ, ਉਸ ਹੀਰੇ ਤੇ ਪੈ ਗਈ ਜਿਹੜਾ ਚਮਕ ਰਿਹਾ ਸੀਗਾ। ਕਹਿਣ ਲੱਗਿਆ ਕਿ ਜਿਹੜਾ ਹੈ ਦਇਆ ਸਿੰਘ, ਉਹ ਸਾਹਮਣੇ ਦੇਖ ਭਲਾ ਕੀ ਚਮਕ ਰਿਹਾ ਹੈ। ਇਹ ਸਤਿਗੁਰ ਕੋ ਭੂਖਣ ਕੋਹੀ, ਲਾਲੀ ਲਗੇ ਦਮਕ ਬੋ ਹੋਏ। ਦਇਆ ਸਿੰਘ ਕਹਿੰਦਾ ਹਾਂ ਕੋਈ ਚਮਕਦਾ ਤਾਂ ਹੈ। ਕਹਿੰਦੇ ਦਇਆ ਸਿੰਘ ਲੱਗਦਾ ਗੁਰੂ ਸਾਹਿਬ ਹਨ, ਇਹ ਉਹਨਾਂ ਦਾ ਕੋਈ ਜੜਿਆ ਹੋਇਆ ਕਿਸੇ ਕੱਪੜਿਆਂ ਉੱਤੇ ਜਾਂ ਹੱਥ ਵਿੱਚ ਕਿਸੇ ਗਹਿਣੇ ਤੇ ਲੱਗਿਆ ਹੀਰਾ ਚਮਕਦਾ ਹੈ, ਉਹ ਗੁਰੂ ਸਾਹਿਬ ਪਏ ਨੇ। ਵਾਹਿਗੁਰੂ ਮੁਖ ਚਰਤ ਚਲੋ, ਦੇਖੋ ਨਿਕਟ ਹੋਏ ਪ੍ਰਭ ਮਿਲੋ। ਹੌਲੀ ਚੱਲੋ, ਆਰਾਮ ਕਰ ਰਹੇ ਹੋਣਗੇ, ਸੌਂ ਗਏ ਹੋਣਗੇ। ਵਾਹਿਗੁਰੂ ਕਹਿੰਦੇ ਹੌਲੀ ਹੌਲੀ ਚੱਲੋ, ਦੇਖੋ ਸ਼ਾਇਦ ਪ੍ਰਭੂ ਪਏ ਹਨ। ਮਾਨ ਸਿੰਘ ਤਬ ਗਿਓ ਨਜੀਕੇ, ਦੇਖੇ ਕਹਾਂ ਪਰੇ ਪ੍ਰਭ ਜੀ ਕੇ। ਤੇ ਭਾਈ ਮਾਨ ਸਿੰਘ ਜੀ ਫਿਰ ਹੌਲੀ ਹੌਲੀ ਅੱਗੇ ਵਧਿਆ ਹੈ, ਦੇਖਦਾ ਹੋਇਆ। ਤੇ ਉਨੀਂਦੇ ਸ਼ਰਮ ਕੋ ਪਾਏ, ਤਨ ਸੁਧ ਬਿਨ ਤਰ ਪਰ ਸੁਪਤਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਰਮ ਕਹਿੰਦੇ ਆ ਥਕੇਵੇਂ ਨੂੰ, ਸਰੀਰ ਦੇ ਥਕੇਵੇਂ ਕਰਕੇ ਹੁਣ ਸੌਂ ਗਏ ਸਨ, ਆਰਾਮ ਕਰ ਰਹੇ ਸਨ। ਦੋਨੋਂ ਆਪਣੇ ਨਿਕਟ ਕਾਰੇ, ਸੁਪਤ ਸੇਜ ਬਿਨ ਗੁਰੂ ਨਿਹਾਰੇ। ਔਰ ਮਾਨ ਸਿੰਘ ਨੇ ਉਹਨਾਂ ਨੂੰ ਵੀ ਹੱਥ ਮਾਰਤਾ, ਕਹਿੰਦੇ ਆ ਜਾਓ। ਔਰ ਕੋਲ ਖੜ ਕੇ ਫਿਰ ਦੇਖਦੇ ਆ ਕਿ ਇਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਅਨੰਦਪੁਰ ਦੇ ਕਿਲੇ ਦੇ ਵਿੱਚ, ਜਿਨ੍ਹਾਂ ਦੇ ਵਿਛਾਉਣੇ ਬੜੇ ਕੀਮਤੀ ਨਿੱਤ ਨਵੇਂ ਆਉਂਦੇ ਸਨ, ਤੇ ਅੱਜ ਵੇਖੋ ਉਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਰਤੀ ਤੇ ਪਏ ਹਨ। तीनों पद पंकज परनामो, हित जगावन कीते समो। ਔਰ ਇਹਨਾਂ ਨੇ ਤਿੰਨਾਂ ਨੇ ਕੋਲ ਖੜ ਕੇ ਹੱਥ ਨਹੀਂ ਲਾਇਆ, ਕੋਲ ਖੜ ਕੇ ਧਰਤੀ ਤੇ ਨਮਸਕਾਰ ਕੀਤੀ ਹੈ। ਫਿਰ ਸਲਾਹ ਕਰਦੇ ਆ ਜਗਾਈਏ ਕਿ ਨਾ ਜਗਾਈਏ। करे मसलत को चहे जगायो, धर्म सिंह तब हाथ चलायो। ਤਾਂ ਕਹਿਣ ਲੱਗੇ ਨਹੀਂ ਜਗਾ ਲੈਣਾ ਚਾਹੀਦਾ ਪਾਤਸ਼ਾਹ ਨੂੰ, ਆਪਾਂ ਕੋਲੇ ਕਿੰਨਾ ਕੁ ਚਿਰ ਬੈਠੇ ਰਹਾਂਗੇ, ਜਗਾ ਲਈਏ। ਤੇ ਧਰਮ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਹੱਥ ਲਾਇਆ ਹੈ ਜੀ। पाद्यान बिंद बैठ कर गए, सने सने मसलत मृद आहे। ਔਰ ਬੈਠ ਕਰਕੇ ਕੇਵਲ ਹੱਥ ਲਾ ਕੇ ਜਗਾਇਆ ਨਹੀਂ, ਸਤਿਗੁਰਾਂ ਦੇ ਚਰਨਾਂ ਨੂੰ ਘੁੱਟਣ ਲੱਗੇ ਆ।
ਮਾਲਸ਼ ਕਰਨ ਲੱਗਿਆ ਹੈ। ਤਨਕ ਹਾਥ ਮੈਂ ਧਰੇ ਖਤੰਗ ਕਮਰ ਕਸਾ ਤਿਮ ਹੀ ਸਭ ਅੰਗ। ਤਾਂ ਸਤਿਗੁਰੂ ਪਾਤਸ਼ਾਹ ਜੀ ਉਸੇ ਤਰ੍ਹਾਂ ਤਿਆਰ ਪ੍ਰਤਿਆਰ ਪਏ ਹਨ ਔਰ ਇੱਕ ਹੱਥ ਵਿੱਚ ਧਨੁੱਖ ਸੀਗਾ ਖੱਬੇ 'ਚ ਤੇ ਸੱਜੇ ਹੱਥ ਵਿੱਚ ਤਲਵਾਰ ਸੀ। ਇੱਕ ਬਾਰ ਮਸਲੇ ਜਬ ਚਰਨਾ ਤਨ ਸੁਧ ਪਈ ਨੀਂਦ ਕਰ ਹਰਨਾ। ਔਰ ਜਦੋਂ ਇਸ ਨੇ ਸਤਿਗੁਰਾਂ ਦੇ ਚਰਨਾਂ ਨੂੰ ਮਾਲਿਸ਼ ਕੀਤੀ ਆ ਬੈਠ ਕਰਕੇ ਘੁੱਟਣਾ ਕੀਤਾ ਤੇ ਸਤਿਗੁਰਾਂ ਦੇ ਨੇਤਰ ਖੁੱਲ ਗਏ ਜੀ। ਕਮਲ ਬਿਲੋਚਨ ਬਿਕਸੇ ਪੂਰਨਾ ਤਨਕ ਸੰਭਾਰ ਉਠੇ ਗੁਰਪੂਰਨਾ। ਔਰ ਸਤਿਗੁਰਾਂ ਨੇ ਇੱਕਦਮ ਉੱਠਣਾ ਕੀਤਾ ਹੈ ਔਰ ਧਨੁੱਖ ਨੂੰ ਸਿੱਧਾ ਕੀਤਾ ਪਰ ਜਬ ਸਿੰਘ ਨਿਜ ਸਿੱਖ ਨਿਹਾਰੇ ਆਏ ਜੋ ਪਹੁੰਚੇ ਹਾਂ ਉਚਾਰੇ। ਪਰ ਜਦ ਵੇਖਿਆ ਵੀ ਇਹ ਤਾਂ ਮੇਰੇ ਸਿੰਘ ਹਨ ਪਹੁੰਚ ਗਏ ਹਨ ਮਿਲ ਪਏ ਹਾਂ। ਦਇਆ ਸਿੰਘ ਕਰ ਜੋਰ ਬਖਾਨੀ ਸ੍ਰੀ ਗੁਰੂ ਮਹਾਰਾਜ ਬਲਖਾਨੀ। ਔਰ ਭਾਈ ਦਇਆ ਸਿੰਘ ਨੇ ਦੋਨੇ ਹੱਥ ਬੰਨ ਕੇ ਨਮਸਕਾਰ ਕੀਤੀ ਆ। ਹੇ ਬਲਖਾਨੀ ਤਾਕਤਾਂ ਦੀ ਖਜ਼ਾਨਾ। ਕਿੰਨੀਆਂ ਤਾਕਤਾਂ ਗੁਰੂ ਗੋਬਿੰਦ ਸਿੰਘ ਕੋਲ ਕੋਈ ਦੱਸ ਨਹੀਂ ਸਕਦਾ। 40-39 ਸਾਲ ਦੀ ਉਮਰ ਵਰਤੀ ਹੈ ਤੇ 40-39 ਸਾਲ ਦੇ ਵਿੱਚ ਜਿੰਨੇ ਕੰਮ ਸਤਿਗੁਰਾਂ ਨੇ ਕਰ ਦਿੱਤੇ ਨਾ ਪਹਿਲੀ ਗੱਲ ਤਾਂ ਕੋਈ ਗਿਣ ਹੀ ਨਹੀਂ ਸਕਦਾ ਤੇ ਦੂਸਰੀ ਗੱਲ ਕੋਈ ਸੰਸਾਰੀ ਮਨੁੱਖ ਹਜ਼ਾਰਾਂ ਸਾਲ ਜਿਉ ਕੇ ਵੀ ਇੰਨੇ ਕੰਮ ਨਹੀਂ ਕਰ ਸਕਦਾ ਜਿੰਨੇ 10ਵੇਂ ਪਾਤਸ਼ਾਹ ਜੀ ਨੇ ਬਹੁਤ ਥੋੜੇ ਸਮੇਂ ਵਿੱਚ ਕਰ ਦਿੱਤੇ ਹਨ। ਇਸ ਕਰਕੇ ਇਹਾ ਆਏ ਕੇ ਮਹਿ ਪੇ ਨਿਸ਼ਚੰਤ ਵਿਖਿਓ ਪੇ ਅਬ ਕੋ ਕਾਂਤ। ਔਰ ਫਿਰ ਸਿੰਘਾਂ ਨੇ ਨਮਸਕਾਰ ਕੀਤੀ ਬੇਨਤੀ ਕੀਤੀ। ਦਇਆ ਸਿੰਘ ਜੀ ਕਹਿੰਦੇ ਮਹਾਰਾਜ ਕਿਵੇਂ ਨਿਸ਼ਚਿੰਤ ਹੋ ਕੇ ਸੌਂ ਗਏ ਅੱਜ। ਸੂਰਜ ਉਦੇ ਹੋਏ ਲੋ ਸਾਰੇ ਲਸ਼ਕਰ ਪਸਰੇ ਜਿਤ ਕਿਤ ਭਾਰੇ। ਉਠੋ ਮਹਾਰਾਜ ਸੂਰਜ ਚੜ ਗਿਆ ਤੇ ਲਸ਼ਕਰ ਜਿਹੜਾ ਜ਼ਰੂਰ ਸਾਨੂੰ ਲੱਭਦਾ ਫਿਰਦਾ ਹੋਣਾ। ਕੌਣ ਭਰੋਸਾ ਕਰ ਪਰ ਰਹੇ ਨੈ ਗੜ ਸੈਨਾ ਚਿਰਤਾ ਲਹੇ। ਤੁਸੀਂ ਇਸੇ ਕਿਹੜੇ ਭਰੋਸੇ ਤੇ ਆ ਕੇ ਇਦਾਂ ਸੌਂ ਗਏ ਅੱਖਾਂ ਮੀਚ ਕੇ। ਭਾਵੇਂ ਕਿ ਦਇਆ ਸਿੰਘ ਸਤਿਗੁਰਾਂ ਦੇ ਨਾਲ ਜਾਂ ਦੂਸਰੇ ਸਿੰਘ ਬੜੇ ਪਿਆਰ ਨਾਲ ਗੱਲ ਕਰ ਲੈਂਦੇ ਆ ਕੋਈ ਵੱਡੀ ਗੱਲ ਨਹੀਂ ਹੈ ਪਰ ਸਿੰਘਾਂ ਨੇ ਬੇਨਤੀ ਕੀਤੀ ਪਾਤਸ਼ਾਹ ਦੁਸ਼ਮਣ ਜਿਹੜਾ ਹੈ ਉਹ ਆਪਾਂ ਨੂੰ ਲੱਭਣ ਵਾਸਤੇ ਜ਼ਰੂਰ ਚੱਲਿਆ ਹੋਣਾ। ਦੁਸ਼ਮਣ ਪਿੱਛਾ ਕਰਦਾ ਹੋਵੇਗਾ ਆਪਣਾ ਲਾਜ਼ਮੀ ਤੇ ਉਠੋ ਕਰੋ ਪਾਏ ਜਥਾ ਬਣਿਆ ਵੈ ਨਦਰ ਪ੍ਰਕਾਸ਼ ਪਈ ਰਿਪਤਾਵੈ। ਐਸਾ ਨਾ ਹੋਵੇ ਦਿਨ ਜ਼ਿਆਦਾ ਚੜ ਜਾਵੇ ਤੇ ਦੁਸ਼ਮਣ ਸਾਨੂੰ ਲੱਭ ਲਵੇ। ਫੇਰ ਨਾ ਬਨੇ ਹੋਈ ਲਾਚਾਰੀ ਏਕ ਰਹੇ ਮਰਬੇ ਕਿਆ ਮਾਰੀ। ਫੇਰ ਅਸੀਂ ਕੀ ਕਰਾਂਗੇ ਇੱਕ ਤੁਸੀਂ ਰਹਿਣੇ ਚਾਹੀਦੇ ਹੋ ਤੁਸੀਂ ਹੋਵੋ ਸਹੀ ਸਲਾਮਤ ਤਾਂ ਦੁਬਾਰਾ ਫੌਜ ਸਾਜੀ ਜਾ ਸਕਦੀ ਹੈ। ਤੁਹਾਡੇ ਵਰਗਾ ਸਾਨੂੰ ਜਰਨੈਲ ਨਹੀਂ ਮਿਲਣਾ ਮਾਲਕ ਨਹੀਂ ਮਿਲਣਾ ਗੁਰੂ ਨਹੀਂ ਮਿਲਣਾ ਸਾਡੀ ਕੋਈ ਗੱਲ ਨਹੀਂ ਪਰ ਤੁਸੀਂ ਸਹੀ ਸਲਾਮਤ ਰਹਿਣੇ ਚਾਹੀਦੇ ਹੋ ਹਜੇ ਤਾਂ ਤੇ ਆਪਾਂ ਕੁਛ ਕਰੀਏ ਸਮਾਂ ਰਹਿੰਦੇ ਐਸਾ ਨਾ ਹੋਵੇ ਦੁਸ਼ਮਣ ਪਿੱਛਾ ਕਰਦਾ ਇੱਥੇ ਪਹੁੰਚ ਜਾਵੇ ਜੀ। ਸੁਣ ਕਰ ਪਿਕੀ ਪਰੀ ਪੁਨ ਸਾਰੀ ਨਿਜ ਸਿੰਘਣ ਕੇ ਸੰਗ ਉਚਾਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਚੰਗੀ ਤਰ੍ਹਾਂ ਨੇਤਰ ਖੋਲ ਕਰਕੇ ਸਿੰਘਾਂ ਨੂੰ ਕਹਿਣ ਲੱਗੇ ਜੀ। ਆਪੋ ਪਾਏ ਨਹਿ ਕੋ ਬਣਿਆ ਵੈ ਚਰਨ ਫਾਲ ਸੇ ਚਲਿਓ ਨਾ ਜਾਵੈ। ਸਿੰਘੋ ਹੁਣ ਕੋਈ ਉਪਾਅ ਨਹੀਂ ਹੋ ਸਕਦਾ ਪੈਰਾਂ ਦੇ ਵਿੱਚ ਛਾਲੇ ਵੀ ਬਹੁਤ ਹੋ ਚੁੱਕੇ ਨੇ। ਬਾਗ ਬਲੋਕੋ ਸਨਮਕ ਜੋਈ ਇਸਮੇ ਚਲ ਰਹੋ ਥਿਰ ਹੋਈ। ਤਾਂ ਉਹ ਸਾਹਮਣੇ ਬਾਗ ਹੈ ਕੋਈ ਇਹਨਾਂ ਦਾ ਹੀ ਬਾਗ ਸੀ ਖੇਤ ਵਾਲਿਆਂ ਦਾ। ਕਹਿੰਦੇ ਚਲੋ ਬਾਗ ਵਿੱਚ ਬੈਠਦੇ ਹਾਂ। ਜੇ ਸ਼ਤਰੂਗਨ ਕੋ ਬਨ ਮੇਲਾ ਪੀੜੇ ਪੀੜ ਚੇਲੇ ਬੜਹੀਲਾ। ਕੋਈ ਗੱਲ ਨਹੀਂ ਜੇ ਦੁਸ਼ਮਣ ਚੜ ਕੇ ਆ ਜਾਊਗਾ ਤਾਂ ਫਿਰ ਦੋ ਹੱਥ ਕਰਾਂਗੇ ਐਸੀ ਗੱਲ ਨਹੀਂ ਹੈ ਐਸੀ ਵੀ ਗੱਲ ਨਹੀਂ ਹੈ ਦਇਆ ਸਿੰਘ ਭਿੜਾਂਗੇ ਦੁਸ਼ਮਣ ਦੇ ਨਾਲ ਫਿਰ। ਬਨ ਲਿਓ ਅੜਤਲਾ ਲਰਬੇ ਸ਼ਤਰੂ ਹਜ਼ਾਰੋਂ ਪ੍ਰਾਨਨ ਹਰਬੇ। ਔਰ ਆਪਾਂ ਇਸ ਬਾਗ ਦੇ ਵਿੱਚ ਜਿਹੜਾ ਹੈ ਆਪਣਾ ਮੋਰਚਾ ਬਣਾ ਲਵਾਂਗੇ ਔਰ ਜੇ ਦੁਸ਼ਮਣ ਵਾਕ ਕਰਨੀ ਆਇਆ ਤੇ ਅਸੀਂ ਹਜ਼ਾਰਾਂ ਦੁਸ਼ਮਣਾਂ ਨੂੰ ਮਾਰ ਕੇ ਹੀ ਮਾਰਾਂਗੇ। ਉਹ ਪ੍ਰਕਾਸ਼ ਵਿਖੇ ਪਗ ਛਾਲੇ ਲਾਲ ਕਮਲ ਦਲ ਮੁਕਤਾ ਡਾਲੇ। ਤੇ ਵਾਕਿਆ ਹੀ ਸਤਿਗੁਰਾਂ ਦੇ ਪੈਰਾਂ ਦੇ ਉੱਤੇ ਛਾਲੇ ਹੋ ਗਏ ਏਡੇ ਏਡੇ ਨੰਗੇ ਪੈਰੀ ਚੱਲੇ ਨਾ ਰਸਤੇ ਵਿੱਚ 16 ਕੰਡੇ ਪਤਾ ਨਹੀਂ ਕੀ ਕੁਝ ਵਜੇ ਆ ਠੇਡੇ ਵਜੇ ਆ ਡਲਿਆਂ ਦੇ ਔਰ ਝਾੜੀਆਂ ਦੇ ਵਿੱਚ ਵੀ ਪੈਰ ਵੱਜੇ ਆ। ਇਸ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਉੱਪਰ ਛਾਲੇ ਪੈ ਗਏ ਹਨ। ਜੋੜਾ ਸਤਿਗੁਰਾਂ ਨੇ ਚਮਕੌਰ ਦੀ ਗੜੀ ਵਿੱਚ ਲਾ ਦਿੱਤਾ ਸੀ। ਸਿੰਘਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੋੜਾ ਤਾਂ ਪਾ ਲਓ। ਪਾਤਸ਼ਾਹ ਕਹਿੰਦੇ ਨਹੀਂ ਸਿੰਘਾਂ ਦੇ ਕੇਸ ਖੁੱਲ੍ਹ ਗਏ ਹੋਣਗੇ ਮੈਂ ਜੋੜਾ ਉਹਨਾਂ ਕੇਸਾਂ 'ਤੇ ਨਹੀਂ ਲਾਉਣਾ ਚਾਹੁੰਦਾ। ਕਹੋ ਸਤਿਨਾਮ।
ਇਸ ਕਰਕੇ ਜੋੜਾ ਨਹੀਂ ਪਾਉਣਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਤਾਂ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਚਲੋ ਉਹ ਬਾਗ ਦੇਖਦੇ ਆ। ਦੋਨੋਂ ਚਰਨਨ ਪਰਸ ਪਰੇ ਕੋਈ ਨਰੀ ਜਨ ਗੁੱਥਨ ਕਰੇ। ਔਰ ਦੋਨਾਂ ਹੀ ਪੈਰਾਂ ਦੇ ਉੱਪਰ ਚੰਗੀ ਤਰ੍ਹਾਂ ਜਿਹੜਾ ਹੈ ਇਹ ਜ਼ਖਮ ਹੋ ਗਏ ਹਨ, ਮਾਨੋ ਕਿਸੇ ਨੇ ਲੜੀਦਾਰ ਬਣਾਏ ਹੋਣ। ਸੁਣ ਕਰ ਗਿਰਾ ਸਮੇਤ ਲਚਾਰੀ ਗੁਰ ਰਜਾਈ ਲਖ ਦੂਸ਼ਣ ਧਾਰੀ। ਔਰ ਗੁਰੂ ਦੀ ਰਜਾ ਜਾਣ ਕੇ ਸਿੰਘ ਚੁੱਪ ਰਹੇ। ਉਠੇ ਨਾਥ ਜਬ ਚਲ ਬੇਕਾਰਨਾ ਭਈ ਪੀਰ ਹੋਤ ਨਾ ਪਗ ਡਾਰਨਾ। ਤੇ ਜਦੋਂ ਪਾਤਸ਼ਾਹ ਉੱਠ ਕੇ ਤੁਰਨ ਲੱਗੇ ਤੇ ਪੈਰਾਂ ਦੇ ਵਿੱਚ ਪੀੜ ਹੋਣ ਲੱਗੀ, ਪੈਰ ਥੱਲੇ ਨਹੀਂ ਸੀ ਲੱਗਦੇ। ਮਾਨ ਸਿੰਘ ਤਬ ਕੰਧ ਉਠਾਏ ਭਈ ਪਰਵੇਸ਼ ਬਾਗ ਮੈਂ ਜਾਏ। ਭਾਈ ਮਾਨ ਸਿੰਘ ਜੀ ਨੇ ਆਪਣਾ ਮੋਢਾ ਦਿੱਤਾ ਹੈ ਜਾਂ ਦੂਸਰੇ ਸਿੰਘ ਨੇ ਮੋਢਾ ਦਿੱਤਾ ਹੈ ਤੇ ਉੱਥੋਂ ਪਾਤਸ਼ਾਹ ਜੀ ਨੂੰ ਲੈ ਕਰਕੇ ਬਾਗ ਵਿੱਚ ਆ ਗਏ ਜੀ। ਉਤੋਂ ਨਿਕਟ ਤਰਵਰ ਤਰ ਖਰੇ ਹਰੇ ਹਰੇ ਸੰਗਨ ਦਲ ਖਰੇ। ਔਰ ਬਾਗ ਦੇ ਵਿੱਚ ਜਿੱਥੇ ਸੰਘਣੇ ਦਰਖਤ ਸਨ ਵੱਡੇ ਪੱਤਿਆਂ ਵਾਲੇ ਉੱਥੇ ਆ ਗਏ ਜੀ। ਬੀਚ ਗੂਪ ਤਿਸ ਹਟ ਚਲੰਤਾ ਬੈਠੇ ਨਿਕਟ ਪਹੁੰਚਤ ਭਗਵੰਤਾ। ਤੇ ਬਾਗ ਦੇ ਵਿੱਚ ਇੱਕ ਖੂਹ ਵਗਦਾ ਸੀ। ਸਤਿਗੁਰ ਜੀ ਉਸ ਖੂਹ ਦੇ ਪਾਸ ਬੈਠ ਗਏ। ਉਤੋਂ ਹਰਟ ਬਾਹਕਤ ਨਹਿਰੇ ਏਤੋ ਗੁਰਮਮ ਖਾਵਤ ਕੀਰੇ। ਔਰ ਬਾਗ ਵਿੱਚ ਖੂਹ ਹੋਰ ਲੱਗਿਆ ਸੀਗਾ। ਪਹਿਲਾਂ ਹੋਰ ਖੂਹ ਤੇ ਪਏ ਸੀ, ਫਿਰ ਹੋਰ ਖੂਹ ਤੇ ਚਲੇ ਗਏ ਬਾਗ ਵਿੱਚ। ਜਿਹੜਾ ਬਾਗ ਦੇ ਵਿੱਚ ਲੱਗੇ ਖੂਹ ਦਾ ਪਾਣੀ ਲਾ ਰਿਹਾ ਸੀ ਖੇਤਾਂ ਨੂੰ, ਉਸ ਨੂੰ ਪਤਾ ਲੱਗਿਆ ਬਈ ਇਹ ਤਾਂ ਮੇਰੇ ਮਾਲਕ ਦਾ ਗੁਰੂ ਲੱਗਦਾ, ਕਿਉਂਕਿ ਇਹ ਜਿਹੜਾ ਬਾਗ ਵਾਲਾ ਹੈ ਇਹ ਭਾਈ ਗੁਲਾਬਾ ਤੇ ਪੰਜਾਬਾ ਦੋ ਮਸੰਦ ਭਰਾ ਹੋਏ ਨੇ। ਇਹ ਗੁਰੂ ਕੇ ਪਾਸ ਆਉਂਦੇ ਜਾਂਦੇ ਸੀ ਅਨੰਦਪੁਰ ਸਾਹਿਬ ਦੇ ਵਿੱਚ। ਔਰ ਉਹਨਾਂ ਦੇ ਜਿਹੜੇ ਨੌਕਰ ਚਾਕਰ ਉਹ ਵੀ ਜਾਣਦੇ ਹੁੰਦੇ ਆ। ਤਾਂ ਉਹਨਾਂ ਦੇ ਇਸ ਨੌਕਰ ਨੇ ਪਾਤਸ਼ਾਹ ਨੂੰ ਦੇਖਿਆ ਤੇ ਫੀਲ ਕੀਤਾ ਹੈ ਵੀ ਇਹ ਤਾਂ ਮੇਰੇ ਮਾਲਕ ਦਾ ਖਾਵੰਦ ਮਾਲਕ ਹੈ, ਭਾਵ ਗੁਰੂ ਹੈ। ਸਿੱਖ ਗੁਲਾਬਾ ਹੁਤੋ ਮਸੰਦ ਤਿਸ ਕੋ ਕਾਮਾ ਬਾਗ ਬਿਲੰਦ। ਇਹ ਭਾਈ ਗੁਲਾਬੇ ਦਾ ਕਾਮਾ ਸੀ, ਸੀਰੀ ਸੀ, ਦਿਹਾੜੀਆ ਸੀ, ਜਿਹੜਾ ਖੇਤ ਵਿੱਚ ਪਾਣੀ ਲਾ ਰਿਹਾ ਸੀ। ਸਤਿਗੁਰ ਕੀ ਸੋਬਾਤ ਬਤਾਵਤ ਕਾਛ ਕੇਸ ਯੁੱਤ ਪੰਥ ਬਣਾਵਤ। ਉਹ ਦੱਸਦਾ ਹੁੰਦਾ ਸੀ ਗੁਲਾਬਾ ਕਿ ਗੁਰੂ ਸਾਹਿਬ ਇੱਕ ਪੰਥ ਸਜਾ ਰਿਹਾ ਹੈ ਜਿਹਦੇ ਵੱਡੇ ਕਸ਼ਹਿਰੇ ਹੋਣਗੇ ਗੋਡਿਆਂ ਤੱਕ, ਔਰ ਕੇਸ ਖਰਵਾ ਰਹੇ ਨੇ। ਕਾਸ਼ ਦਾ ਮਤਲਬ ਕਸ਼ਹਿਰਾ, ਕਿਉਂਕਿ ਇਹ ਸਤਿਗੁਰ ਜੀ ਨੇ ਹੀ ਚਾਲੂ ਕੀਤਾ ਹੈ। ਪਹਿਲਾਂ ਲੋਕ ਧੋਤੀਆਂ ਆਦਿ ਬੰਨ੍ਹਿਆ ਕਰਦੇ ਸਨ। ਤਾਂ ਖੈਰ ਇਹ ਸੁਣਦਾ ਹੁੰਦਾ ਸੀ ਗੱਲਾਂ ਗੁਲਾਬੇ ਮਸੰਦ ਤੋਂ ਵੀ ਜਿਹੜਾ ਮੇਰਾ ਮਾਲਕ ਹੈ ਨਾ ਇੱਦਾਂ ਦਾ ਪੰਥ ਸਜਾ ਰਿਹਾ ਹੈ, ਸਾਬਤ ਸੂਰਤ ਕਰ ਰਿਹਾ ਹੈ, ਮਨੁੱਖਾਂ ਨੂੰ ਕੇਸ ਦਾੜ੍ਹੀਆਂ ਰੱਖਣ ਦਾ ਹੁਕਮ ਦੇ ਰਿਹਾ ਹੈ, ਕਸ਼ਹਿਰੇ ਬਣਾ ਰਿਹਾ ਹੈ। ਇੱਦਾਂ ਦੀਆਂ ਗੱਲਾਂ ਸੁਣਦਾ ਹੁੰਦਾ ਸੀ। ਤੇ ਅੱਜ ਉਹਨੇ ਉਹ ਸਰੂਪ ਦੇਖਿਆ ਜਦੋਂ ਸਿੰਘਾਂ ਦਾ ਤੇ ਗੁਰੂ ਸਾਹਿਬ ਦਾ। ਸੁਣੇ ਹੁੰਦੇ ਤਿਨ ਪਤੇ ਅਗਾਰੇ ਅਨਮਾਨਿਤ ਸੋਚਿਨ ਨਿਹਾਰੇ। ਜੋ ਆਪਣੇ ਮਾਲਕ ਗੁਲਾਬੇ ਤੋਂ ਸੁਣਿਆ ਸੀ ਉਹ ਨਿਸ਼ਾਨੀਆਂ ਜੀਆਂ ਇਹਨੂੰ ਤਿੰਨਾਂ ਸਿੰਘਾਂ ਵਿੱਚ ਤੇ ਗੁਰੂ ਸਾਹਿਬ ਦੇ ਵਿੱਚ ਦਿਖਾਈ ਦਿੱਤੀਆਂ। ਮਮ ਖਾਵਤ ਜੇ ਪਤੇ ਬੜਾਏ ਸੋ ਗੁਰ ਆਪ ਕੇ ਸਿੱਖ ਹੱਥ ਦਾਏ। ਜਿਹੜਾ ਮੇਰਾ ਮਾਲਕ ਗੁਲਾਬਾ ਕਹਿੰਦਾ ਹੁੰਦਾ ਸੀਗਾ ਸਾਡਾ ਗੁਰੂ ਇੱਦਾਂ ਦਾ, ਉਹਦੇ ਸਿੰਘ ਇੱਦਾਂ ਦੇ ਹੈ, ਲੱਗਦੀਆਂ ਨਿਸ਼ਾਨੀਆਂ ਤਾਂ ਉਹੀ ਹੈ। ਪਤਾ ਨਹੀਂ ਇਹ ਗੁਰੂ ਕੇ ਸਿੰਘ ਹੈ ਜਾਂ ਗੁਰੂ ਹੈ, ਉਹਨੂੰ ਹਜੇ ਪਛਾਣ ਨਹੀਂ ਹੈ ਕੋਈ, ਪਰ ਸਿੰਘਾਂ ਨੂੰ ਉਹ ਗੁਰੂ ਕੇ ਸਿੰਘ ਜਾਣਦਾ ਹੈ। ਗੁਲਾਬੇ ਮਸੰਦ ਦਾ ਇਹ ਨੌਕਰ ਹੈ ਜਿਹੜਾ। ਇਮ ਮਨ ਜਾਣ ਪਿਕੇ ਗੁਰ ਬੈਸੇ ਤਜ ਕਰ ਕੂਪ ਚਲਤ ਕੋ ਤੈਸੇ। ਤਾਂ ਇਹ ਸੋਚ ਕਰਕੇ ਇਸ ਬੈਠਾ ਹੈ ਤੇ ਗੁਰੂ ਸਾਹਿਬ ਜੀ ਉੱਥੇ ਬੈਠ ਗਏ ਹਨ ਸਿੰਘਾਂ ਨੂੰ ਲੈ ਕੇ। ਭਾਈ ਸ਼ਿਤਾਬ ਗੁਲਾਬੇ ਪਾਸ ਮਿਲਿਓ ਜਾਏ ਸੁਧ ਕਰੀ ਪ੍ਰਕਾਸ਼। ਔਰ ਇਸ ਮਜ਼ਦੂਰ ਨੇ, ਇਸ ਦਿਹਾੜੀਏ ਨੇ ਜਲਦੀ ਉਸ ਬਾਗ ਦੇ ਵਿੱਚ ਬੈਠਿਆਂ ਨੂੰ ਛੱਡ ਕੇ, ਉਹਨਾਂ ਕੋਈ ਗੱਲ ਨਹੀਂ ਕੀਤੀ, ਉੱਥੇ ਆਪਣਾ ਬਲਦ ਛੱਡ ਕੇ, ਚੱਲਦਾ ਹਲਟ ਛੱਡ ਕੇ ਭੱਜ ਕੇ ਪਿੰਡ ਵਿੱਚ ਆਇਆ। ਔਰ ਆਪਣੇ ਮਾਲਕ ਗੁਲਾਬੇ ਮਸੰਦ ਨੂੰ ਕੀ ਕਹਿੰਦਾ ਹੈ? ਸ੍ਰੀ ਗੁਰ ਆਪ ਕੇ ਸਿੱਖ ਗੁਰ ਕੇਰੇ ਉਪਬਨ ਪ੍ਰਵੇਸ਼ੇ ਹੋਤ ਸਵੇਰੇ। ਮਾਲਕੋ ਪਤਾ ਨਹੀਂ ਤੁਹਾਡਾ ਗੁਰੂ ਹੈ ਜਾਂ ਗੁਰੂ ਦੇ ਸਿੰਘ ਹੈ। 4 ਜਣੇ ਨੇ ਆਪਣੇ ਬਾਗ ਵਿੱਚ ਆਏ ਆ। ਕੇਸ਼ ਕਾਚ ਤੁਮ ਜਥਾ ਬਤਾਵਤ ਸਗਰੇ ਚਿੰਨ ਤੀਨੋਂ ਮੈਂ ਪਾਵਤ। ਮੈਂ ਨਿਸ਼ਾਨੀਆਂ ਦੇਖ ਕੇ ਅੰਦਾਜ਼ਾ ਜਿਹਾ ਲਾਇਆ, ਤੁਸੀਂ ਕਹਿੰਦੇ ਹੋ ਕਿ ਵੱਡੇ ਕਸ਼ਹਿਰੇ ਪਾਉਂਦੇ ਆ, ਕਾਸ਼ ਭਾਵ ਕਸ਼ਹਿਰਾ ਪਾਉਂਦੇ ਹਨ ਔਰ ਕੇਸ ਰੱਖਦੇ ਆ, ਦਾੜੀ ਰੱਖਦੇ ਆ, ਐਸਾ ਪੰਥ ਬਣਾਇਆ ਤੁਸੀਂ ਕਹਿੰਦੇ ਹੁੰਦੇ ਹੋ ਮੇਰੇ ਮਾਲਕ ਨੇ। ਕਹਿੰਦੇ ਹਾਂ ਮੈਨੂੰ ਸਾਰੀਆਂ ਨਿਸ਼ਾਨੀਆਂ ਉਹੋ ਜਿਹੀਆਂ ਲੱਗਦੀਆਂ। ਉਹ 4 ਜਣੇ ਐ
ਪਤਾ ਨਹੀਂ ਉਹਨਾਂ ਵਿੱਚ ਗੁਰੂ ਹੈ ਜਾਂ ਚਾਰੇ ਸਿੰਘ ਹਨ। ਚਲੋ ਚਲੋ ਉਹਨਾਂ ਦਾ ਪਤਾ ਲਓ, ਮੈਨੂੰ ਥਕੇਵੇਂ 'ਚ ਵੀ ਲੱਗਦੇ ਨੇ, ਉਹ ਮਸਾਂ ਆ ਕੇ ਬਾਗ 'ਚ ਬੈਠੇ ਹਨ, ਉਹਨਾਂ ਦੀ ਖਬਰ ਲੈਣੀ ਚਾਹੀਏ। ਗੁਲਾਬਾ ਬੜਾ ਹੈਰਾਨ ਹੋਇਆ ਵੀ ਐਸੇ ਰੂਪ ਦੇ ਵਿੱਚ ਕੀ ਕਾਰਨ ਹੈ, ਤੁਰੰਤ ਹੀ ਘਰੋਂ ਚਲਿਆ ਜੀ। ਆਏ ਬਾਗ ਮੇ ਕਹਾ ਨਿਹਾਰੀ, ਸ਼੍ਰੀ ਸਤਿਗੁਰੂ ਬੈਠੇ ਬਲ ਭਾਰੀ। ਤਾਂ ਕੀ ਵੇਖਦਾ ਬਾਗ ਵਿੱਚ ਪਹੁੰਚ ਕੇ, ਤਾਂ ਮੇਰੇ ਸਤਿਗੁਰੂ ਬੈਠੇ ਹਨ, ਪਰ ਕੈਸਾ ਸਰੂਪ ਹੈ, ਨਾ ਸੀਸ ਤੇ ਕਲੰਗੀ ਹੈ, ਨਾ ਗੁਰੂ ਪਿਆਰਿਓ ਤੋੜਾ ਹੈ। ਉਹ ਭਾਈ ਸੰਤ ਸਿੰਘ ਜੀ ਦੇ ਸੀਸ ਦੇ ਉੱਪਰ ਸਜਾ ਦਿੱਤਾ ਹੈ ਗੁਰੂ ਪਿਆਰਿਓ, ਜਦੋਂ ਗੜੀ ਛੱਡੀ ਹੈ। ਔਰ ਐਸੇ ਸਰੂਪ ਦੇ ਵਿੱਚ ਦੇਖ ਕਰਕੇ ਭਾਈ ਗੁਲਾਬਾ ਮਸੰਦ ਬੜਾ ਹੀ ਹੈਰਾਨ ਹੋਇਆ ਹੈ ਜੀ। ਨਮੋ ਕਰੀ ਸਿਰ ਧਰ ਪਰ ਟੇਕਾ, ਪੁਨ ਬੁਝੇ ਪ੍ਰਭ ਜਲਦ ਬਿਬੇਕਾ। ਔਰ ਫਿਰ ਇਸ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਰੱਖ ਕੇ ਮੱਥਾ ਟੇਕਿਆ। ਮੇਰੇ ਪ੍ਰੀਤਮ ਜੀ ਕਹਿੰਦੇ, ਸੇਵਾ ਕਰਨ ਮੋਹਿ ਫਰਮਾਵੋ, ਅਬ ਲਾਖੋ ਕੈ ਅਬੇ ਮਗਾਵੋ। ਬਾਦਸ਼ਾਹ ਕਹਿੰਦੇ, ਆ ਵੀ ਗੁਲਾਬਿਆ ਠੀਕ ਹੈ? ਹਾਂ ਮਹਾਰਾਜ ਠੀਕ ਆ। ਕੀ ਹੁਕਮ ਕੀ ਹੈ, ਮੈਨੂੰ ਸੇਵਾ ਦੱਸੋ, ਕੋਈ ਸ਼ਕਨ ਛਕਾਉਣ ਵਾਸਤੇ ਇੱਥੇ ਮੰਗਾਈਏ। ਮੁਕਤੀ ਤੈ ਸੰਗ ਉਚਾਰਾ, ਸੁੱਖਾ ਮਿਰਚਾ ਆਨ ਉਧਾਰਾ। ਐ ਕਰ ਤੂੰ ਪਹਿਲਾਂ ਤਾਂ ਜਿਹੜਾ ਸਾਡਾ ਸਿੰਘਾਂ ਦਾ ਛਕਣ ਦਾ ਇੰਤਜ਼ਾਮ ਹੁੰਦਾ, ਢੰਡਿਆਈ, ਸੁੱਖਾ ਮਿਰਚਾਂ ਆਦਿ, ਖਸਖਸ, ਇਹ ਨਿਹੰਗ ਸਿੰਘ ਛਕਦੇ ਐ। ਪੁਰਾਣੇ ਸਮਿਆਂ 'ਚ ਵਿੱਚ ਆਹ ਅੰਗਰੇਜ਼ੀ ਚਾਹਾਂ ਨਹੀਂ ਸੀ ਹੁੰਦੀਆਂ, ਕੋਈ ਸਤਨੋਸ। ਦੁੱਧ ਦੇ ਵਿੱਚ ਗੁਰੂ ਪਿਆਰਿਓ ਇਹ ਚੀਜ਼ਾਂ ਪਾ ਕਰਕੇ ਪੌਸ਼ਟਿਕ, ਤੇ ਇਹ ਹੀ ਅੰਮ੍ਰਿਤ ਵੇਲੇ ਸਿੰਘ ਪੀਆ ਕਰਦੇ ਸਨ। ਪਾਤਸ਼ਾਹ ਕਹਿੰਦੇ ਵੀ ਐਂ ਕਰ ਵੀ ਢੰਡਿਆਈ ਦਾ ਇੰਤਜ਼ਾਮ ਕਰ, ਤਾਂ ਕਿ ਪੀਣਾ ਕਰੀਏ। ਬਿਨਾ ਅਮਲ ਬਹੁ ਸਮਾ ਬਤੀਤਾ, ਪਾਨ ਕਰੇ ਹੁਨਸੇ ਤਬ ਚੀਤਾ। ਕੁਝ ਛਕਿਆ ਹੀ ਨਹੀਂਗਾ, ਕਿੰਨਾ ਚਿਰ ਹੋ ਗਿਆ, ਆਨੰਦਪੁਰ ਛੱਡਿਆ, ਰਾਜ ਕਿੱਥੇ ਛਕਣਾ ਸੀਗਾ। ਉਹ ਨਦੀ 'ਚੋਂ ਪਾਣੀ ਭਾਵੇਂ ਪੀ ਲਿਆ ਹੋਵੇ ਬੁੱਕ ਭਰ ਕੇ, ਕਹੋ ਸਤਨਾਮ। ਉਸ ਤੋਂ ਬਾਅਦ ਚਮਕੌਰ ਦੀ ਗੜੀ 'ਚ ਪਹੁੰਚੇ, ਮਗਰੇ ਹੀ ਫੇਰ ਲੱਖਾਂ ਦੀ ਗਿਣਤੀ ਵਿੱਚ ਫੌਜ ਆ ਗਈ, ਉੱਥੇ ਫੇਰ ਜੰਗ ਚੱਲ ਪਿਆ। ਉਸ ਤੋਂ ਬਾਅਦ ਪਾਤਸ਼ਾਹ ਜੀ ਹੁਣ ਇੱਥੇ ਪਹੁੰਚੇ ਹਨ, ਕਹਿੰਦੇ ਵੀ ਛਕੇ ਨੂੰ ਬਹੁਤ ਸਮਾਂ ਹੋ ਗਿਆ, ਹੁਣ ਤੂੰ ਇੱਦਾਂ ਕਰ, ਢੰਡਿਆਈ, ਸੁੱਖਾ, ਕਾਲੀਆਂ ਮਿਰਚਾਂ, ਰਾਮ ਆਦਿ ਇਹ ਸਮਾਨ ਪਾ ਕੇ ਤਿਆਰ ਕਰੀਏ ਜੀ। ਸੰਤ ਗੁਲਾਬਾ ਤੋਰਨ ਗਿਓ, ਜਾਏ ਬਾਜ਼ਾਰ ਖਰੀਦਣ ਕੀਓ। ਉਸੇ ਵੇਲੇ ਭਾਈ ਗੁਲਾਬੇ ਨੇ ਇਹ ਢੰਡਿਆਈ ਦਾ ਸਮਾਨ ਇਕੱਠਾ ਕੀਤਾ ਹੈ। ਜਬ ਗੁਰੂ ਬਨ ਬੈਠੀ ਜਾਏ, ਕਾਮਾ ਗਮਣਿਓ ਪੁਰ ਸਹਸਾਏ। ਔਰ ਗੁਰੂ ਪਿਆਰਿਓ, ਜਦੋਂ ਗੁਰੂ ਮਹਾਰਾਜ ਜੀ ਜਾ ਕਰਕੇ ਬੈਠੇ ਸਨ ਤੇ ਇਹ ਕਾਮਾ ਪਿੰਡ ਵਿੱਚ ਆ ਗਿਆ ਸੀ। ਖੁਸ਼ਕੀ ਅਰਕ ਦੁੱਧ ਤੇ ਹੋਏ, ਬਾਛਤ ਅਮਲ ਪੀਣ ਤੇ ਸੋਏ। ਤੋ ਗੁਰੂ ਪਿਆਰਿਓ, ਪਿੱਛੇ ਸਤਿਗੁਰਾਂ ਨੇ ਕੀ ਛਕ ਲਿਆ ਸੀਗਾ ਜਦੋਂ ਸਰੀਰ ਆਲਸੀ ਜਾ ਹੋਣ ਲੱਗਿਆ ਨਾ, ਕਿਉਂਕਿ ਜੰਗ ਦੇ ਮੈਦਾਨ ਵਿੱਚ ਜਿਹੜਾ ਹੈ ਸਰੀਰ ਨੂੰ ਤਾਕਤ ਦੀ ਲੋੜ ਹੈ, ਪਰ ਛਕਣ ਛਕਾਉਣ ਨੂੰ ਕੁਛ ਨਹੀਂ ਮਿਲਿਆ। ਤੇ ਚਮਕੌਰ ਦੀ ਆਪਣਾ ਮਾਛੀਵਾੜੇ ਦੇ ਖੂਹ ਤੇ ਸਤਿਗੁਰਾਂ ਨੇ ਕੁਝ ਅੱਕ ਦੀਆਂ ਡੋਡੀਆਂ ਵਿੱਚੋਂ ਫੁੱਲਾਂ ਦੇ ਕੱਢ ਕੇ ਛਕੀਆਂ ਸਨ, ਕਹੋ ਸਤਨਾਮ। ਤੇ ਇਹ ਜਿਹੜੀਆਂ ਹਨ ਖੂਨ ਨੂੰ ਤੇਜ਼ ਕਰ ਦਿੰਦੀਆਂ, ਇਸ ਕਰਕੇ ਪਾਤਸ਼ਾਹ ਜੀ ਦੇ ਉਹ ਛਕਣ ਕਰਕੇ ਕੁਝ ਖੁਸ਼ਕੀ ਵੀ ਹੋ ਗਈ ਸੀ। ਤਾਂ ਇਹ ਪਿੰਡ 'ਚੋਂ ਪੁੱਛਣ ਲੱਗਿਆ, ਆਪਣੇ ਸਾਥੀਆਂ ਨੂੰ ਵੀ ਪੁੱਛਿਆ ਪਾਤਸ਼ਾਹ ਜੀ ਨੇ ਕਿ ਸੁੱਖਾ ਹੈ ਤੁਹਾਡੇ ਕੋਲ। ਮਾਨ ਸਿੰਘ ਕੀ ਤੋ ਕੁਛ ਪਾਲੇ, ਸੁਣ ਕਰ ਗੁਰ ਤੇ ਖੋਲ ਨਿਕਾਲੇ। ਤਾਂ ਮਾਨ ਸਿੰਘ ਕਹਿਣ ਲੱਗਿਆ ਜੀ ਇਹ ਥੋੜਾ ਜਿਹਾ ਹੈ ਰਗੜਿਆ ਹੋਇਆ, ਥੋੜਾ ਹੋ ਤੋ ਤਿਆਰ ਕਰ ਦਿਓ, ਤਿਖਾ ਸਹਿਤ ਸੋ ਪੀਵਨ ਕੀਓ। ਤਾਂ ਇਹ ਸੁੱਖਾ ਪਾ ਕਰਕੇ ਉਹ ਮਸਾਲੇ ਜੋ ਲੈ ਕੇ ਆਇਆ, ਖਸਖਸ, ਬਦਾਮ, ਦੁੱਧ ਆਦਿ ਸਾਰਾ ਸਮਾਨ, ਇਹ ਢੰਡਿਆਈ ਤਿਆਰ ਕੀਤੀ ਗਈ। ਤੇ ਢੰਡਿਆਈ ਤਿਆਰ ਕਰਕੇ ਸਤਿਗੁਰਾਂ ਨੂੰ ਛਕਾਈ, ਸਿੰਘਾਂ ਨੇ ਛਕੀ ਹੈ। ਹੋਏ ਪ੍ਰਸੰਨ ਬਰ ਦੇਵਤ ਜੋਵੋ, ਪੰਥ ਖਾਲਸੇ ਮੇ ਤੁਮ ਹੋਵੋ। ਔਰ ਪਾਤਸ਼ਾਹ ਜੀ ਭਾਈ ਗੁਲਾਬੇ ਨੂੰ ਕਹਿੰਦੇ, ਫਿਰ ਵਰ ਦਿੰਦੇ ਆ ਕਿ ਤੂੰ ਖਾਲਸਾ ਪੰਥ ਦੇ ਵਿੱਚ ਪ੍ਰਗਟ ਹੋਵੇਂਗਾ। ਤੁਝ ਸਭ ਬੇਕਸ ਪਾਉ ਵਿਸਾਲੀ, ਨਾਮ ਨਿਹੰਗ ਅਨੇਕ ਅਕਾਲੀ। ਤੂੰ ਨਿਹੰਗ ਸਿੰਘਾਂ ਦੇ ਵਿੱਚ ਆ ਕੇ ਮਿਲੇਗਾ। ਇਸ ਪ੍ਰਕਾਰ ਇੱਕ ਘਟੀ ਬਿਤਾਈ, ਚਾਹ ਅਮਲ ਕੀ ਰਹੀ ਤਦਾਈ। ਤੋ ਬਸ ਇਹ ਇੱਛਾ ਸੀ, ਕੁਝ ਛਕ ਲਿਆ ਹੈ। ਪਿਛਲੇ ਕਿੰਨੇ ਦਿਨਾਂ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਕੋਈ ਚੰਗਾ ਤਰ੍ਹਾਂ ਛਕਿਆ ਨਹੀਂ। ਕਿਲੇ ਦੇ ਵਿੱਚ ਵੀ ਤਾਂ 7-8 ਮਹੀਨੇ ਰਹੇ, ਉੱਥੇ ਵੀ ਤਾਂ ਕੁਝ ਸਿੰਘਾਂ ਨੂੰ ਮਿਲਦਾ ਨਹੀਂ ਸੀ ਛਕਣ ਵਾਸਤੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕੁਝ ਢਾਰਸ ਬੰਨ੍ਹਿਆ ਸਾਰੇ ਸਿੰਘਾਂ ਨੇ,
ਉਹ ਢੰਡਿਆਈ ਬਣਾ ਕੇ ਛਕਾਈ ਆ, ਦੁੱਧ ਦੇ ਵਿੱਚ ਸਾਰਾ ਸਮਾਨ ਰਗੜ ਕੇ। ਸਿੰਘਨ ਸਬਨ ਸੁਚੇਤਾ ਧਾਰੇ, ਆਨਣ ਪਾਨਣ ਪਾਈ ਪਖਾਰੇ। ਔਰ ਫਿਰ ਸੁਚੇਤਾ ਭਾਵ ਜੰਗਲ ਬਾਣੀ ਜਾਣਾ, ਬਾਹਰ ਆਦਿ ਜਾਣਾ, ਸਿੰਘਾਂ ਨੇ ਆਸੇ ਪਾਸੇ ਜਾਣਾ ਕੀਤਾ। ਫਿਰ ਉੱਥੇ ਖੂਹ ਚੱਲਦਾ ਸੀ, ਪਾਣੀ ਵਰਤਿਆ, ਹੱਥ ਮੂੰਹ ਧੋਤਾ ਹੈ ਜੀ। ਕਰਤ ਪ੍ਰਤੀ ਕਨ ਮਾਦਕ ਲਿਆਵੈ, ਪਾਨ ਕਰੇ ਤ੍ਰਿਕ ਹਰ ਤ੍ਰਿਪਤਾਵੈ। ਇਸ ਤਰ੍ਹਾਂ ਗੁਰੂ ਪਿਆਰਿਓ ਇਹ ਜਿਹੜਾ ਸਮਾਨ ਲਿਆਂਦਾ ਗਿਆ ਹੈ ਦੋਹਰਾ, ਸੁੱਖਾ ਮਿਰਚਾ ਤਿਆਰ ਕਰ ਲੈ ਗੁਲਾਬਾ ਪਾਸ। ਇਸ ਤਰ੍ਹਾਂ ਇਹ ਢੰਡਿਆਈ ਭਾਈ ਗੁਲਾਬਾ ਤਿਆਰ ਕਰਕੇ ਲੈ ਕੇ ਆਇਆ ਹੈ। ਪੂਰ ਕਟੋਰਾ ਅਗਰ ਤਰ, ਗੁਰੂ ਠਾਈ ਤ੍ਰਿਖਨਾਸ਼। ਔਰ ਸਤਿਗੁਰਾਂ ਨੇ ਛਕਣਾ ਕੀਤਾ ਹੈ। ਨਿਸ਼ਾਨੀ ਛੰਦ ਸਰਦ ਨੀਰ ਬਰ ਪਾਨ ਤੇ, ਸਭ ਪਿਆਸ ਬਿਨਾਸ਼ੀ। ਠੰਡੇ ਪਾਣੀ ਨੂੰ ਇਹਦੇ ਵਿੱਚ ਬਣਾ ਕਰਕੇ ਇਹ ਛਕਣਾ ਕੀਤਾ ਹੈ ਤੇ ਦੂਰ ਹੋਈ ਆ। ਹਰਕ ਦੁਗਧ ਕੋ ਦਰ ਅਮਲ, ਬੜ ਉਸ਼ਨ ਪ੍ਰਕਾਸ਼ੀ। ਤਾਂ ਜਿਹੜਾ ਪਿੱਛੇ ਸਤਿਗੁਰਾਂ ਨੇ ਸਮੇਂ ਦੇ ਮੁਤਾਬਕ ਉਹ ਅੱਕ ਦੀ ਡੋਡੀ ਵਿੱਚੋਂ ਫੁੱਲ ਕੱਢ ਕੇ ਛਕੇ ਸਨ, ਉਹਨਾਂ ਦੀ ਜਿਹੜੀ ਮੁੱਖ ਦੇ ਵਿੱਚ ਗੁਰੂ ਪਿਆਰਿਓ ਖੁਸ਼ਕੀ ਸੀ ਉਹ ਦੂਰ ਹੋ ਗਈ ਹੈ ਢੰਡਿਆਈ ਛਕ ਕੇ। ਆਨੰਦ ਕੋ ਮਾਨ ਕਰ ਸਚਿਓ ਪਿਆਨਾ। ਸਤਿਗੁਰੂ ਪਾਤਸ਼ਾਹ ਜੀ ਨੇ ਉੱਠ ਕੇ ਤੁਰਨਾ ਚਾਹਿਆ। ਚਰਨ ਪਾਲ ਨੇ ਬਹੁ ਪਰੇ, ਦੇਖੀ ਦਮਾਨਾ। ਭਾਵੇਂ ਕਿ ਪੈਰਾਂ ਵਿੱਚ ਬੜੇ ਛਾਲੇ ਪਏ ਹਨ, ਤੁਰਿਆ ਨਹੀਂ ਜਾਂਦਾ। ਇਸ ਤੋਂ ਅੱਗੇ ਪਾਤਸ਼ਾਹ ਜੀ ਨੂੰ ਭਾਈ ਗੁਲਾਬਾ ਮਸੰਦ ਇਹ ਆਪਣੇ ਘਰੇ ਲੈ ਜਾਂਦਾ ਹੈ। ਦੋ ਭਰਾ ਹਨ, ਫਿਰ ਸਤਿਗੁਰਾਂ ਨੂੰ ਆਪਣੇ ਘਰ ਰੱਖ ਕੇ ਸੇਵਾ ਕਰਦਾ ਹੈ। ਪਰ ਇੱਥੋਂ ਵੀ ਖਦਸ਼ਾ ਹੈ ਕਿ ਸਰਕਾਰ ਦੀ ਫੌਜ ਹੈ ਜਿਹੜੀ ਉਹ ਜ਼ਰੂਰ ਮਗਰ ਆਵੇਗੀ। ਇੱਥੋਂ ਪਾਤਸ਼ਾਹ ਜੀ ਫਿਰ ਕਿਸ ਤਰ੍ਹਾਂ ਅੱਗੇ ਕਿੱਧਰ ਨੂੰ ਜਾਂਦੇ ਆ, ਇਹ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਵੀ ਸਰਵਣ ਕਰਾਂਗੇ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश। हे पूरन हे सर्व मैं गुणतास। हे संगी हे निरंकार हे निर्गुण सब टेक। हे गोविंद हे गुण निधान सदा विवेक। हे अपरंपर हर हरे हो बनहार। हे संत कै सदा संग आधार। हे ठाकुर हों दासरो निर्गुण गुण नहीं कोय। नानक दीजै नाम दान परोए। आए प्रभ शरणागति कृपा नित दयाल। एक अखर हर मन बसत होत निहाल। एक ओंकार सतगुरु प्रसाद सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह। बहुत बहुत धन्यवाद सर्वत संगत।